ਜੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਪਿਆਰੇ ਬੱਚਿਓ, ਅੱਜ ਅਸੀਂ ਤੁਹਾਡੇ ਵਿਆਕਰਨ ਭਾਗ ਦੇ ਵਿੱਚ ਜੋ ਅਸੀਂ ਅਰਜ਼ੀਆਂ ਜਾਂ ਚਿੱਠੀ ਪੱਤਰ ਲਿਖਦੇ ਹਾਂ, ਆਓ ਅਸੀਂ ਅੱਜ ਜਾਣਦੇ ਹਾਂ ਵਿਆਕਰਨ ਭਾਗ ਦਾ ਉਹ ਭਾਗ ਜਿਹਦੇ ਵਿੱਚ ਅਸੀਂ ਚਿੱਠੀ ਪੱਤਰ ਜਾਂ ਅਰਜ਼ੀਆਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸੋ ਆਪਾਂ ਸਭ ਤੋਂ ਪਹਿਲਾਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਜਿਹੜੀਆਂ ਚਿੱਠੀ ਪੱਤਰ ਜਾਂ ਜਿਹੜੀਆਂ ਅਰਜ਼ੀਆਂ ਹੁੰਦੀਆਂ ਨੇ ਇਹ ਕੀ ਹਨ, ਇਹਨਾਂ ਦੇ ਕਿਹੜੇ ਵੱਖ-ਵੱਖ ਰੂਪ ਹਨ। ਸੋ ਬੇਸ਼ੱਕ ਅੱਜ ਕੱਲ੍ਹ ਈਮੇਲ ਮੈਸੇਜ ਦਾ ਜ਼ਮਾਨਾ ਹੈ, ਬਟ ਫਿਰ ਵੀ ਕੁਝ ਮਹੱਤਵਪੂਰਨ ਭਾਗ ਐਸੇ ਹਨ ਜਿਨ੍ਹਾਂ ਦੇ ਵਿੱਚ ਸਾਨੂੰ ਐਪਲੀਕੇਸ਼ਨ ਦੀ ਵਿਸ਼ੇਸ਼ਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਅਰਜ਼ੀਆਂ, ਮੰਗ ਪੱਤਰ, ਚਾਹੇ ਉਹ ਤੁਹਾਡੀ ਕਿਸੇ ਦੀ ਸ਼ਿਕਾਇਤ ਆ, ਉਹਨਾਂ ਨੂੰ ਉਸ ਵਿਭਾਗ ਨਾਲ ਸੰਬੰਧਿਤ ਮੁਖੀਆਂ ਦੇ ਸਨਮੁਖ ਨਿੱਜੀ ਤੌਰ 'ਤੇ ਪੇਸ਼ ਹੋ ਕੇ ਦੇਣੀਆਂ ਪੈਂਦੀਆਂ ਹਨ ਉਹ ਐਪਲੀਕੇਸ਼ਨ। ਆਓ ਅਸੀਂ ਜਾਣਦੇ ਹਾਂ ਕਿ ਜਿਹੜੀ ਅਰਜ਼ੀ ਆ ਅਤੇ ਮੰਗ ਪੱਤਰ ਐਪਲੀਕੇਸ਼ਨ ਆ, ਵਿਭਾਗ ਦੇ ਮੁਖੀ ਨੂੰ ਜੋ ਅਸੀਂ ਪੱਤਰ ਲਿਖਦੇ ਹਾਂ ਉਸ ਦੀ ਕਿਹੜੀ ਕੈਟਾਗਰੀ ਹੁੰਦੀ ਹੈ ਅਤੇ ਉਸ ਨੂੰ ਕਿਵੇਂ ਲਿਖਿਆ ਜਾਂਦਾ ਹੈ। ਚਿੱਠੀ ਪੱਤਰ। ਅੱਜ ਦਾ ਯੁੱਗ ਬੇਸ਼ੱਕ ਕੰਪਿਊਟਰ ਦਾ ਯੁੱਗ ਹੈ, ਪਰੰਤੂ ਚਿੱਠੀ ਪੱਤਰ ਅਤੇ ਅਰਜ਼ੀਆਂ ਦਾ ਆਪਣਾ ਹੀ ਮਹੱਤਵ ਹੈ। ਚਿੱਠੀ ਲਿਖਣਾ ਵੀ ਇੱਕ ਕਲਾ ਹੈ। ਸਾਨੂੰ ਰੋਜ਼ਾਨਾ ਜੀਵਨ ਦੇ ਕਈ ਕੰਮਾਂ ਵਿੱਚ ਚਿੱਠੀਆਂ ਪੱਤਰ ਅਤੇ ਅਰਜ਼ੀਆਂ ਆਦਿ ਲਿਖਣ ਦੀ ਲੋੜ ਪੈਂਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਚਿੱਠੀ ਪੱਤਰ ਲਿਖਣ ਦਾ ਖੂਬ ਅਭਿਆਸ ਕਰਨ। ਮੁੱਖ ਰੂਪ ਵਿੱਚ ਚਿੱਠੀਆਂ 3 ਪ੍ਰਕਾਰ ਦੀਆਂ ਹੁੰਦੀਆਂ ਹਨ। ਨੰਬਰ 1 ਨਿੱਜੀ ਚਿੱਠੀਆਂ, ਨੰਬਰ 2 ਸਰਕਾਰੀ ਚਿੱਠੀਆਂ, ਨੰਬਰ 3 ਵਪਾਰਕ ਚਿੱਠੀਆਂ। ਸੋ ਪਹਿਲੀ ਕੈਟਾਗਰੀ ਪੜ੍ਹਦੇ ਹਾਂ ਕਿ ਨਿੱਜੀ ਚਿੱਠੀਆਂ ਕੀ ਹੁੰਦੀਆਂ ਹਨ। ਇਹ ਚਿੱਠੀਆਂ ਅਸੀਂ ਆਪਣੇ ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਅਤੇ ਦੋਸਤਾਂ ਮਿੱਤਰਾਂ ਨੂੰ ਲਿਖਦੇ ਹਾਂ। ਅੱਗੇ ਹੈ ਸਰਕਾਰੀ ਚਿੱਠੀਆਂ। ਸਰਕਾਰੀ ਚਿੱਠੀਆਂ ਵਿੱਚ ਵਧੇਰੇ ਕਰਕੇ ਪ੍ਰਾਰਥਨਾ ਪੱਤਰ, ਅਰਜ਼ੀਆਂ ਸ਼ਾਮਲ ਹੁੰਦੀਆਂ ਹਨ। ਇਹ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਲਿਖੀਆਂ ਅਰਜ਼ੀਆਂ ਹੁੰਦੀਆਂ ਹਨ। ਨੌਕਰੀ ਲਈ ਲਿਖੀਆਂ ਅਰਜ਼ੀਆਂ ਵੀ ਇਸੇ ਸ਼੍ਰੇਣੀ ਵਿੱਚ ਆਉਣ ਵਾਲੀਆਂ ਚਿੱਠੀਆਂ ਹੁੰਦੀਆਂ ਹਨ। ਅੱਗੇ ਹੈ ਵਪਾਰਕ ਚਿੱਠੀਆਂ। ਵਪਾਰਕ ਪੱਤਰ ਅਜਿਹੇ ਪੱਤਰ ਹੁੰਦੇ ਹਨ ਜਿਹੜੇ ਕੋਈ ਗਾਹਕ ਕਿਸੇ ਵਪਾਰੀ ਨੂੰ ਲਿਖਦਾ ਹੈ ਜਾਂ ਇੱਕ ਵਪਾਰੀ ਦੂਜੇ ਵਪਾਰੀ ਨੂੰ ਲਿਖਦਾ ਹੈ। ਇਹ ਪੱਤਰ ਵਪਾਰ ਨਾਲ ਸੰਬੰਧਿਤ ਹੁੰਦੇ ਹਨ। ਚਿੱਠੀਆਂ ਆਮ ਤੌਰ 'ਤੇ 3 ਭਾਗ ਹੁੰਦੇ ਹਨ। ਚਿੱਠੀਆਂ ਦੇ ਆਮ ਤੌਰ 'ਤੇ 3 ਭਾਗ ਹੁੰਦੇ ਹਨ: ਆਰੰਭ, ਮੱਧ ਅਤੇ ਅੰਤ। ਭਾਵ ਸ਼ੁਰੂਆਤੀ ਭਾਗ, ਫਿਰ ਉਹਦਾ ਵਿਚਕਾਰਲਾ ਮਿਡਲ ਭਾਗ, ਅੰਤ ਤੋਂ ਭਾਵ ਅਖੀਰਲਾ ਭਾਗ। ਸੋ ਬੇਟਾ, ਜਦੋਂ ਵੀ ਅਸੀਂ ਕੋਈ ਐਪਲੀਕੇਸ਼ਨ ਲਿਖਦੇ ਹਾਂ, ਸਭ ਤੋਂ ਪਹਿਲਾਂ ਇਹ ਹੁੰਦੀ ਹੈ ਕਿ ਐਪਲੀਕੇਸ਼ਨ ਅਸੀਂ ਕਿਸ ਨੂੰ ਲਿਖ ਰਹੇ ਹਾਂ। ਉਹ ਹੁੰਦਾ ਬੇਟਾ ਉਸ ਵਿਭਾਗ ਦਾ ਮੁਖੀ, ਚਾਹੇ ਉਹ ਸਕੂਲ ਹੈ, ਚਾਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਚਾਹੇ ਉਹ ਤੁਹਾਡਾ ਡਾਕ ਘਰ ਹੈ, ਚਾਹੇ ਮਿਊਨਿਸਪਲ ਕਮੇਟੀ ਹੈ। ਸੋ ਉਹ ਹੈ ਵਿਭਾਗ ਦਾ ਮੁਖੀ। ਸੋ ਬੇਟਾ ਉਹਦਾ ਜਿਹੜਾ ਮਿਡਲ ਭਾਗ ਹੁੰਦਾ ਹੈ ਸੈਂਟਰ ਵਾਲਾ, ਉਹਦੇ ਵਿੱਚ ਸਭ ਤੋਂ ਉੱਪਰ ਅਸੀਂ ਵਿਸ਼ਾ ਲਿਖਦੇ ਹਾਂ। ਵਿਸ਼ੇ ਦੇ ਨਾਲ ਸੰਬੰਧਿਤ ਜਿਹੜੀ ਤੁਹਾਡੀ ਬੇਨਤੀ ਹੈ, ਗੱਲਬਾਤ ਹੈ, ਜੋ ਤੁਹਾਡੀ ਪ੍ਰਾਰਥਨਾ ਹੈ, ਜੋ ਤੁਹਾਡੀ ਡਿਮਾਂਡ ਹੈ, ਉਹਨੂੰ ਬਿਲਕੁਲ ਅਸੀਂ ਸੈਂਟਰ ਦੇ ਵਿੱਚ ਲਿਖਦੇ ਹਾਂ। ਸੋ ਬੇਟਾ ਆਖਰ ਵਾਲਾ ਭਾਗ ਹੁੰਦਾ ਹੈ ਅੰਤਮ ਭਾਗ, ਅੰਤ, ਜਿੱਥੇ ਤੁਸੀਂ ਆਪ ਜੀ ਦਾ ਆਗਿਆਕਾਰੀ, ਆਪ ਜੀ ਦਾ ਵਿਸ਼ਵਾਸ ਪਾਤਰ, ਆਪ ਜੀ ਦਾ ਤਹਿ ਦਿਲੋਂ ਧੰਨਵਾਦੀ। ਸੋ ਜਿੱਥੇ ਅਸੀਂ ਲਾਸਟ ਦੇ ਵਿੱਚ ਆਪਣੀ ਆਈਡੈਂਟੀਟੀ ਦਿੰਦੇ ਹਾਂ ਅਤੇ ਧੰਨਵਾਦ ਕਰਦੇ ਹਾਂ। ਸੋ ਬੇਟਾ ਉਹ ਹੁੰਦਾ ਲਾਸਟ ਭਾਗ। ਸੋ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਬਿਨੇ ਪੱਤਰ ਜਾਂ ਚਿੱਠੀ ਪੱਤਰ ਲਿਖਣ ਦਾ ਢੰਗ, ਸੋ ਜੇ ਕ੍ਰਮ ਅਨੁਸਾਰ ਦੇਖੀਏ, ਇਹਦੇ ਵਿੱਚ ਬੇਟਾ ਅਸੀਂ ਲੈਤਾ ਹੈ ਤੁਹਾਡੇ ਜੋ ਸਕਰੀਨ 'ਤੇ ਵੇਖ ਰਹੇ ਹੋ, 1 ਨੰਬਰ ਜਿਸ ਨੂੰ ਚਿੱਠੀ ਲਿਖਣੀ ਹੋਵੇ। ਪਹਿਲਾ ਭਾਗ ਬੇਟਾ ਜਿਹੜਾ ਸਟਾਰਟਿੰਗ ਦੀ ਗੱਲ ਅਸੀਂ ਕੀਤੀ ਹੈ ਕਿ ਇਹਦੇ 3 ਭਾਗ ਹੁੰਦੇ ਨੇ। ਪਹਿਲਾ ਭਾਗ ਜਿਸ ਨੂੰ ਚਿੱਠੀ ਲਿਖ ਰਹੇ ਹਾਂ, ਆਰੰਭ, ਕਿੱਥੋਂ ਸ਼ੁਰੂ ਕਰਦੇ ਹਾਂ, ਮਾਣਯੋਗ ਸਤਿਕਾਰਯੋਗ ਪਿਤਾ ਜੀ, ਜਿੱਥੋਂ ਅਸੀਂ ਉਹਨਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰਦੇ ਹਾਂ। ਅਤੇ ਅੰਤਮ ਭਾਗ ਹੁੰਦਾ ਹੈ ਆਪ ਦਾ ਪਿਆਰਾ, ਜਿੱਥੇ ਅਸੀਂ ਦੱਸਣਾ ਹੁੰਦਾ ਕਿ ਤੁਹਾਨੂੰ ਚਿੱਠੀ ਲਿਖਣ ਵਾਲਾ ਕੌਣ ਹੈ।
ਸੋ ਆਓ ਆਪਾਂ ਗੱਲ ਕਰਦੇ ਹਾਂ ਵੀ ਜੇਕਰ ਤੁਸੀਂ ਆਪਣੇ ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਚਿੱਠੀ ਲਿਖ ਰਹੇ ਹੋ, ਪਿਤਾ ਜੀ ਨੂੰ ਲਿਖ ਰਹੇ ਹੋ, ਤਾਂ ਉਹਦੇ ਵਿੱਚ ਤੁਸੀਂ ਕਹੋਗੇ ਕਿ ਮਾਣਯੋਗ ਜਾਂ ਸਤਿਕਾਰਯੋਗ ਪਿਤਾ ਜੀ। ਪਿਤਾ ਜੀ ਨੂੰ ਰਿਸਪੈਕਟ ਦੇਣੀ ਹੈ, ਜੋ ਉਹਨਾਂ ਦੇ ਸੰਬੰਧ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਆ, ਉਸ ਵਿਅਕਤੀ ਨੂੰ ਪਹਿਲਾਂ ਅਸੀਂ ਸਤਿਕਾਰਯੋਗ ਹਸਤੀ ਦੇ ਵਜੋਂ ਲੈਣਾ ਹੀ ਹੁੰਦਾ ਹੈ। ਸੋ ਆਓ ਦੇਖਦੇ ਹਾਂ ਕਿ ਮਾਣਯੋਗ ਜਾਂ ਸਤਿਕਾਰਯੋਗ ਪਿਤਾ ਜੀ। ਇੱਥੋਂ ਬੇਟਾ ਤੁਹਾਡਾ ਆਰੰਭ ਹੁੰਦਾ ਐਪਲੀਕੇਸ਼ਨ ਲਿਖਣ ਦਾ। ਅੱਗੇ ਤੁਸੀਂ ਜੋ ਵੀ ਉਹਦੇ ਵਿੱਚ ਬੇਨਤੀ ਕਰ ਰਹੇ ਹੋ, ਕੁਛ ਮੰਗਵਾ ਰਹੇ ਹੋ, ਕੋਈ ਸ਼ਿਕਾਇਤ ਕਰ ਰਹੇ ਹੋ, ਉਹ ਸਾਰੀ ਅੱਗੇ ਤੁਹਾਡੀ ਮੱਧ ਭਾਗ ਦਾ ਜਿਹੜੀ ਕਾਰਵਾਈ ਇੱਥੋਂ ਆਰੰਭ ਹੁੰਦੀ ਹੈ। ਤੇ ਅੱਗੇ ਹੈਗਾ ਅੰਤਿਮ ਭਾਗ। ਸੋ ਜੇ ਤੁਸੀਂ ਪਿਤਾ ਜੀ ਨੂੰ ਚਿੱਠੀ ਲਿਖਦੇ ਹੋ ਤਾਂ ਉਹਦਾ ਅੰਤਿਮ ਭਾਗ ਕੀ ਹੋਊਗਾ ਕਿ ਆਪ ਜੀ ਦਾ ਪਿਆਰਾ ਪੁੱਤਰ। ਪਿਤਾ ਜੀ ਸਟਾਰਟਿੰਗ ਦੇ ਵਿੱਚ ਆਇਆ ਤੇ ਵਿਚਕਾਰ ਤੁਸੀਂ ਆਪਣੀ ਡਿਮਾਂਡ ਲਿਖੀ, ਜੋ ਵੀ ਤੁਹਾਡੀ ਗੁਜ਼ਾਰਿਸ਼ ਸੀ ਪਿਤਾ ਜੀ ਨੂੰ ਤੁਸੀਂ ਕੀਤੀ, ਤੇ ਅੰਤਿਮ ਭਾਗ ਦੇ ਵਿੱਚ ਅਸੀਂ ਆਪ ਜੀ ਦਾ ਪਿਆਰਾ ਪੁੱਤਰ ਲਿਖ ਕੇ ਇਸ ਚਿੱਠੀ ਨੂੰ, ਇਸ ਐਪਲੀਕੇਸ਼ਨ ਨੂੰ ਅਸੀਂ ਸਮਾਪਤ ਕਰਦੇ ਹਾਂ। ਫਿਰ ਜੇ ਤੁਸੀਂ ਮਾਤਾ ਜੀ ਨੂੰ ਚਿੱਠੀ ਲਿਖਦੇ ਹੋ ਤਾਂ ਸਤਿਕਾਰਯੋਗ ਪੂਜਨੀਕ ਮਾਤਾ ਜੀ, ਇੱਥੋਂ ਮਾਤਾ ਜੀ ਨੂੰ ਸੰਬੋਧਨ ਕਰੋਗੇ, ਅਗਲੀ ਗੱਲਬਾਤ ਲਿਖੋਗੇ। ਤੇ ਅੰਤਿਮ ਭਾਗ ਦੇ ਵਿੱਚ ਲਿਖੋਗੇ ਆਪ ਦਾ ਪਿਆਰਾ ਪੁੱਤਰ। ਜੇ ਵੱਡੇ ਭਰਾ ਨੂੰ ਚਿੱਠੀ ਲਿਖ ਰਹੇ ਹਾਂ ਅਸੀਂ, 3 ਨੰਬਰ ਗੱਲ ਕਰਦੇ ਹਾਂ, ਤਾਂ ਤੁਸੀਂ ਲਿਖੋਗੇ ਪਿਆਰੇ ਵੀਰ ਜੀ, ਆਪਣੀ ਗੱਲਬਾਤ ਲਿਖੋਗੇ। ਤੇ ਜਦੋਂ ਸਮਾਪਤ ਕਰੋਗੇ ਤਾਂ ਲਿਖੋਗੇ ਤੁਹਾਡਾ ਛੋਟਾ ਭਰਾ, ਕਿਉਂਕਿ ਤੁਸੀਂ ਵੱਡੇ ਭਰਾ ਨੂੰ ਚਿੱਠੀ ਲਿਖੀ ਆ, ਆਖਰ ਦੇ ਵਿੱਚ ਲਿਖਾਂਗੇ ਤੁਹਾਡਾ ਛੋਟਾ ਭਰਾ। ਛੋਟੇ ਭਰਾ ਨੂੰ ਚਿੱਠੀ ਲਿਖ ਰਹੇ ਹੋ ਤਾਂ ਲਿਖਣਾ ਪਿਆਰੇ ਸੋਨੂ, ਤੇ ਅੰਤਮ ਦੇ ਵਿੱਚ ਅਸੀਂ ਕੀ ਲਿਖਾਂਗੇ ਕਿ ਤੇਰਾ ਵੱਡਾ ਭਰਾ, ਕਿਉਂਕਿ ਚਿੱਠੀ ਛੋਟੇ ਭਰਾ ਨੂੰ ਲਿਖੀ ਗਈ ਹੈ। ਮਿੱਤਰ ਨੂੰ ਲਿਖ ਰਹੇ ਹੋ ਤਾਂ ਲਿਖਾਂਗੇ ਪਿਆਰੇ ਦੋਸਤ। ਫਿਰ ਜਦੋਂ ਸਮਾਪਤ ਕਰਨੀ ਹੈ ਚਿੱਠੀ, ਅੰਤਮ ਭਾਗ 'ਚ ਲਿਖਾਂਗੇ ਤੇਰਾ ਮਿੱਤਰ। ਸੋ ਇਸੇ ਤਰ੍ਹਾਂ ਬੇਟਾ ਹੈ ਮੁੱਖ ਅਧਿਆਪਕ ਜੀ ਨੂੰ ਲਿਖ ਰਹੇ ਹੋ ਤਾਂ ਲਿਖਣਾ ਸ਼੍ਰੀਮਾਨ ਜੀ। ਆਪ ਜੀ ਦਾ ਅੰਤਮ ਦੇ ਵਿੱਚ ਅਸੀਂ ਕਹਾਂਗੇ ਆਪ ਜੀ ਦਾ ਆਗਿਆਕਾਰੀ। ਸੋ ਬੇਟਾ ਜੇ ਅਸੀਂ ਪੁਸਤਕਾਂ ਵੇਚਣ ਵਾਲੇ ਨੂੰ ਚਿੱਠੀ ਲਿਖ ਰਹੇ ਹਾਂ ਤਾਂ ਉੱਥੇ ਵੀ ਅਸੀਂ ਉਹਨਾਂ ਨੂੰ ਸੰਬੋਧਨ ਸ਼੍ਰੀਮਾਨ ਜੀ ਕਰਕੇ ਹੀ ਕਰਾਂਗੇ। ਤੇ ਲਾਸਟ ਦੇ ਵਿੱਚ ਆਗਿਆਕਾਰੀ ਨਾਂ ਲਿਖਦੇ ਹੋਏ ਅਸੀਂ ਲਿਖਾਂਗੇ ਆਪ ਦਾ ਸ਼ੁਭ ਚਿੰਤਕ। ਸੋ ਅੱਗੇ ਜੇ ਨੂੰਹ ਜਾਂ ਧੀ ਨੂੰ ਤੁਸੀਂ ਚਿੱਠੀ ਲਿਖ ਰਹੇ ਹੋ ਤਾਂ ਉੱਥੇ ਲਿਖਾਂਗੇ ਪਿਆਰੀ ਸੁਪੁੱਤਰੀ। ਤੇ ਅੰਤਮ ਦੇ ਵਿੱਚ ਜੇ ਤੁਸੀਂ ਮਾਤਾ ਹੋ ਤਾਂ ਤੇਰੀ ਮਾਤਾ, ਜੇ ਪਿਤਾ ਹੋ ਤਾਂ ਤੇਰਾ ਪਿਤਾ। ਸੋ ਅੱਗੇ ਹੈ 9 ਨੰਬਰ ਪੁਆਇੰਟ, ਪਤਨੀ ਨੂੰ। ਹੁਣ ਜੇ ਤੁਹਾਡੀ ਪਤਨੀ ਦਾ ਨਾਮ ਦੀਪ ਹੈ ਤਾਂ ਤੁਸੀਂ ਲਿਖਣਾ ਪਤਨੀ ਨੂੰ ਪਿਆਰੀ ਦੀਪ। ਤੇ ਅੱਗੇ ਜਦੋਂ ਅਸੀਂ ਅੰਤਮ ਚਿੱਠੀ ਨੂੰ ਸਮਾਪਤ ਕਰਦੇ ਹਾਂ, ਸਦਾ ਹੀ ਤੇਰਾ ਜਾਂ ਤੁਹਾਡਾ ਆਪਣਾ ਤੁਸੀਂ ਨਾਮ ਲਿਖ ਸਕਦੇ ਹੋ, ਜੋ ਵੀ ਤੁਸੀਂ ਉਹਨਾਂ ਦਾ ਰਿਸ਼ਤਾ, ਜਿਵੇਂ ਤੁਹਾਡਾ ਤੋਂ ਕਹਿਣ ਦਾ ਭਾਵ ਤੁਸੀਂ ਆਪਣਾ ਨਾਮ ਪਾ ਦਿਓ ਤਾਂ ਪਤਾ ਲੱਗ ਜਾਂਦਾ ਕਿ ਤੁਹਾਡਾ ਹਸਬੈਂਡ ਹੈ। ਤੇ ਅੱਗੇ ਜੇਕਰ ਤੁਸੀਂ ਵੱਡੀ ਭੈਣ ਨੂੰ ਚਿੱਠੀ ਲਿਖ ਰਹੇ ਹੋ ਤਾਂ ਲਿਖੋਗੇ ਪਿਆਰੇ ਭੈਣ ਜੀ, ਤੇ ਪਿੱਛੇ ਲਿਖੋਗੇ ਆਪ ਦਾ ਛੋਟਾ ਵੀਰ ਜਾਂ ਆਪ ਦੀ ਛੋਟੀ ਭੈਣ। ਜੇ ਸਹੇਲੀ ਨੂੰ ਪੱਤਰ ਲਿਖ ਰਹੇ ਹੋ ਤਾਂ ਲਿਖੋਗੇ ਪਿਆਰੀ ਸਹੇਲੀ, ਅੱਗੇ ਉਹਨੂੰ ਸੰਬੋਧਨ ਕਰੋਗੇ। ਤੇ ਅੰਤਮ ਦੇ ਵਿੱਚ ਤੁਸੀਂ ਲਿਖੋਗੇ ਤੁਹਾਡੀ ਸਹੇਲੀ, ਜੋ ਤੋਂ ਤੁਹਾਡਾ ਨਾਮ ਹੈ। ਅੱਗੇ ਜੇ ਤੁਸੀਂ ਛੋਟੀ ਭੈਣ ਨੂੰ ਲਿਖ ਰਹੇ ਹੋ ਤਾਂ ਲਿਖੋ ਪਿਆਰੀ ਸੋਨੀਆ, ਤੁਸੀਂ ਭਰਾ ਹੋ ਵੱਡੇ ਤਾਂ ਅੰਤਮ ਦੇ ਵਿੱਚ ਲਿਖੋਗੇ ਤੇਰਾ ਵੀਰ। ਜੇ ਕਿਸੇ ਅਧਿਕਾਰੀ ਨੂੰ ਬੇਟਾ ਲਿਖ ਰਹੇ ਹਾਂ ਅਸੀਂ, ਕਿਸੇ ਵੀ ਲਾ ਲਓ ਕਿਸੇ ਡਾਕਖਾਨੇ ਦੇ ਉੱਚ ਅਧਿਕਾਰੀ ਨੂੰ ਲਿਖ ਰਹੇ ਹੋ ਤਾਂ ਲਿਖੋਗੇ ਸ਼੍ਰੀਮਾਨ ਜੀ। ਅੰਤਮ ਦੇ ਵਿੱਚ ਲਿਖੋਗੇ ਆਪ ਦਾ ਵਿਸ਼ਵਾਸ ਪਾਤਰ, ਵੀ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੀ ਜਿਹੜੀ ਇਹ ਲਿਖੀ ਹੋਈ ਗੱਲ ਨੂੰ ਧਿਆਨ ਨਾਲ ਸੁਣੋਗੇ। ਸੋ ਜੇ ਕਿਸੇ ਦੁਕਾਨਦਾਰ ਜਾਂ ਵਪਾਰੀ ਨੂੰ ਚਿੱਠੀ ਲਿਖ ਰਹੇ ਹੋ ਬੇਟਾ, ਉੱਥੇ ਵੀ ਅਸੀਂ ਸ਼੍ਰੀਮਾਨ ਜੀ ਸ਼ਬਦ ਨਾਲ ਸੰਬੋਧਨ ਕਰਾਂਗੇ ਉਹਨਾਂ ਨੂੰ। ਤੇ ਅੰਤਮ ਦੇ ਵਿੱਚ ਅਸੀਂ ਲਿਖ ਸਕਦੇ ਹਾਂ ਆਪ ਦਾ ਸ਼ੁਭ ਚਿੰਤਕ। ਤੇ ਜੇਕਰ ਕਿਸੇ ਅਣਜਾਣ ਇਸਤਰੀ ਜਾਂ ਅਣਜਾਣ ਬੰਦੇ ਨੂੰ ਲਿਖ ਰਹੇ ਹੋ ਤਾਂ ਵੀ ਤੁਸੀਂ ਸ਼੍ਰੀਮਤੀ ਜੀ ਜਾਂ ਸ਼੍ਰੀਮਾਨ ਜੀ ਲਿਖਣਾ। ਤੇ ਅੰਤਮ ਦੇ ਵਿੱਚ ਤੁਸੀਂ ਨੇ ਲਿਖਣਾ ਆਪ ਜੀ ਦਾ ਸ਼ੁਭ ਚਿੰਤਕ ਜਾਂ ਆਪ ਜੀ ਦਾ ਚਿੰਤਕ। ਸੋ ਜਿਹੜੀ ਇਹ ਅਸੀਂ ਗੱਲਬਾਤ ਕਰਦੇ ਹਾਂ ਪੱਤਰਾਂ ਦੇ ਵਿੱਚ ਬੇਟਾ, ਪਹਿਲਾਂ ਅਸੀਂ ਪੱਤਰ ਸ਼ੁਰੂ ਕਰਦੇ ਹਾਂ, ਫਿਰ ਉਹਦੇ ਵਿੱਚ ਤੁਹਾਡਾ ਮਿਡਲ ਭਾਗ ਸ਼ੁਰੂ ਹੁੰਦਾ ਹੈ ਤੇ ਫਿਰ ਅੰਤਮ। ਸੋ ਇਸ ਤਰ੍ਹਾਂ ਜਿਹੜੀ ਅਸੀਂ ਚਿੱਠੀ ਪੱਤਰ ਦੀ ਸ਼ੁਰੂਆਤ ਕਰਨੀ ਹੈ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜਿਵੇਂ ਤੁਸੀਂ ਇੱਕ ਪੱਤਰ ਦੀ ਐਗਜ਼ਾਮਪਲ ਲੈਂਦੇ ਹਾਂ ਕਿ ਬਿਮਾਰੀ ਦੀ ਛੁੱਟੀ। ਸੋ ਬੇਟਾ ਸਭ ਤੋਂ ਉੱਪਰ ਜਿਹੜਾ ਹੈਡਿੰਗ ਬਣਦਾ ਬਿਮਾਰੀ ਦੀ ਛੁੱਟੀ ਨੂੰ ਲੈ ਕੇ, ਸੋ ਇੱਥੇ ਅਸੀਂ ਐਪਲੀਕੇਸ਼ਨ ਨੂੰ ਐਗਜ਼ਾਮਪਲ ਦੇ ਤੌਰ 'ਤੇ ਪੜ੍ਹਦੇ ਹਾਂ। ਤੇ ਫਿਰ ਤੁਹਾਡੇ ਨਾਲ ਐਪਲੀਕੇਸ਼ਨ ਨੂੰ ਲਿਖਣ ਲਈ ਜਿਹੜਾ ਸਟਰਕਚਰ ਅਸੀਂ ਨੇ ਆਪਣੀ ਨੋਟਬੁੱਕਸ ਦੇ ਉੱਪਰ ਫੋਲੋ ਕਰਨਾ, ਜੋ ਕਰ ਅੱਜ ਜਿਵੇਂ ਕੰਪਿਊਟਰਾਈਜ਼ ਸਮਾਂ ਹੋ ਗਿਆ ਬੇਟਾ, ਅੱਜ ਕੱਲ੍ਹ ਹਰ ਇੱਕ ਲਿਖਤ ਨੂੰ ਖੱਬੇ ਤੋਂ ਸ਼ੁਰੂ ਕਰਕੇ ਸੱਜੇ ਵੱਲ ਨੂੰ ਲੈ ਕੇ ਜਾਂਦੇ ਹਾਂ, ਉਹਦੀ ਐਗਜ਼ਾਮਪਲ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ। ਸੋ ਜਿਵੇਂ ਤੁਸੀਂ ਇੱਕ ਐਪਲੀਕੇਸ਼ਨ ਲਿਖਣੀ ਹੈ, ਪਹਿਲਾਂ ਸਾਡਾ ਪੁਰਾਤਨ ਢੰਗ ਸੀਗਾ ਜਿਹੜਾ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ। ਸਭ ਤੋਂ ਉੱਪਰ ਲਿਖੋਗੇ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ, ਫਿਰ ਕੌਮਾ ਪਾਉਣਾ ਹੈ,
ਫਿਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਤੁਸੀਂ ਆਪਣੇ ਜਿਸ ਵੀ ਸਕੂਲ ਦੇ ਵਿੱਚ ਪੜ੍ਹਦੇ ਹੋ ਉਸ ਦਾ ਨਾਮ ਪਾ ਕੇ ਕੌਮਾ। ਸੋ ਬੇਟਾ ਅੱਗੇ ਤੁਸੀਂ ਕਿੱਥੋਂ ਦੇ ਹੋ, ਕਿੱਥੇ ਪੜ੍ਹ ਰਹੇ ਹੋ, ਤਾਂ ਉੱਥੇ ਲਾਸਟ ਦੇ ਵਿੱਚ ਡਿਸਟ੍ਰਿਕਟ ਦਾ ਆਪਣਾ ਤੁਸੀਂ ਪਾ ਸਕਦੇ ਹੋ, ਜਾਂ ਜਿਹੜਾ ਖਾਸ ਸਿਟੀ ਆ ਉਹਦਾ ਨਾਮ ਪਾ ਸਕਦੇ ਹੋ, ਕੋਈ ਖਾਸ ਪਿੰਡ ਹੈ ਉਹਦਾ ਨਾਮ ਪਾ ਕੇ ਡੰਡੀ ਜ਼ਰੂਰ ਲਗਾਉਣੀ ਹੈ। ਸੋ ਬੇਟਾ ਪੁਰਾਤਨ ਚਿੱਠੀ ਅਸੀਂ ਇਸ ਢੰਗ ਨਾਲ ਲਿਖਦੇ ਸੀ, ਤੇ ਇਹ ਜਿਹੜੀ ਜਿਨ੍ਹਾਂ ਨੂੰ ਸੰਬੋਧਨ ਕਰਨਾ ਸੇਵਾ ਵਿਖੇ ਤੋਂ ਥੋੜ੍ਹਾ ਹਟਵਾਂ ਸੱਜੇ ਹੱਥ ਵੱਲ ਨੂੰ, ਤੇ ਪੁਰਾਣੀਆਂ ਚਿੱਠੀਆਂ ਦੇ ਵਿੱਚ ਬੇਟਾ ਵਿਸ਼ਾ ਨਹੀਂ ਸੀ ਅਸੀਂ ਲਿਖਦੇ। ਸੋ ਜਿਹੜੀ ਆਧੁਨਿਕ ਚਿੱਠੀ ਆ ਉਹਦੇ ਵਿੱਚ ਵਿਸ਼ਾ ਲਿਖਣਾ ਅਤੀ ਜ਼ਰੂਰੀ ਹੋ ਗਿਆ, ਕਿਉਂਕਿ ਸਾਡੇ ਜਿਹੜੇ ਆਫੀਸਰ ਸਾਹਿਬਾਨ ਨੇ ਉਹਨਾਂ ਕੋਲ ਇੰਨਾ ਸਮਾਂ ਨਹੀਂ ਕਿ ਤੁਹਾਡੀ ਸਾਰੀ ਚਿੱਠੀ ਨੂੰ ਉਹ ਪੜ੍ਹਨ। ਸੋ ਬੇਟਾ ਜਿਹੜਾ ਅਸੀਂ ਵਿਸ਼ਾ ਲਿਖਦੇ ਹਾਂ, ਵਿਸ਼ਾ ਲਿਖਣ ਨਾਲ ਇਹ ਹੋ ਜਾਂਦਾ ਕਿ ਜਿਹੜੇ ਆਫੀਸਰ ਨੇ ਤੁਹਾਡੀ ਚਿੱਠੀ ਪੜ੍ਹਨੀ ਆ ਉਹ ਵਿਸ਼ਾ ਦੇਖ ਕੇ ਸਮਝ ਲੱਗ ਜਾਂਦੀ ਉਹਨਾਂ ਨੂੰ ਵੀ ਇਹ ਐਪਲੀਕੇਸ਼ਨ ਪੂਰੀ ਕਿਸ ਚੀਜ਼ ਨਾਲ ਸੰਬੰਧਿਤ ਆ। ਜਿਵੇਂ ਅਸੀਂ ਪੈਰਾ ਰਚਨਾ ਦੇ ਉੱਪਰ ਬੇਟਾ ਸਿਰਲੇਖ ਲਿਖਦੇ ਹਾਂ, ਉਸੇ ਤਰ੍ਹਾਂ ਐਪਲੀਕੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਆਧੁਨਿਕ ਅਸੀਂ ਅੱਜ ਕੱਲ੍ਹ ਦੀ ਐਪਲੀਕੇਸ਼ਨ ਲਿਖਦੇ ਹਾਂ ਉਹਦੇ ਉੱਪਰ ਅਸੀਂ ਲਿਖਦੇ ਹਾਂ ਵਿਸ਼ਾ। ਵਿਸ਼ੇ ਦੇ ਵਿੱਚ ਅਸੀਂ ਕੀ ਲਿਖਾਂਗੇ, ਬਿਮਾਰੀ ਸੰਬੰਧੀ, ਜਾਂ ਲਿਖ ਦਾਂਗੇ ਬਿਮਾਰੀ ਦੀ ਛੁੱਟੀ ਲੈਣ ਸੰਬੰਧੀ, ਇਸ ਤਰ੍ਹਾਂ ਅਸੀਂ ਉੱਪਰ ਮੈਂਸ਼ਨ ਕਰਾਂਗੇ ਵਿਸ਼ੇ ਦੇ ਵਿੱਚ। ਸੋ ਬੇਟਾ ਉਸ ਤੋਂ ਨੀਚੇ ਸ਼੍ਰੀਮਾਨ ਜੀ, ਜਿਵੇਂ ਅਸੀਂ ਕਿਹਾ ਕਿ ਤੁਸੀਂ ਜਿਨ੍ਹਾਂ ਨੂੰ ਸੰਬੋਧਨ ਕਰਨਾ ਉਹਨਾਂ ਨੂੰ ਰਿਸਪੈਕਟ ਦੇ ਕੇ ਅੱਗੇ ਤੁਹਾਡਾ ਜਿਹੜਾ ਸ਼੍ਰੀਮਾਨ ਜੀ ਤੋਂ ਬਾਅਦ ਮਿਡਲ ਭਾਗ ਸ਼ੁਰੂ ਹੋ ਜਾਂਦਾ, ਜਿਵੇਂ ਅਸੀਂ ਉੱਪਰ ਪੜ੍ਹ ਕੇ ਆਏ ਕਿ ਵਿਚਕਾਰਲਾ ਭਾਗ ਕੀ ਹੁੰਦਾ। ਇਹਦੇ ਵਿੱਚ ਲਿਖਾਂਗੇ ਸਨਮਰ ਜਾਂ ਨਿਮਰਤਾ ਸਹਿਤ ਵੀ ਲਿਖ ਸਕਦੇ ਹਾਂ, ਇੱਥੇ ਸਨਮਰ ਲਿਖਿਆ ਆ। ਬੇਨਤੀ ਹੈ ਕਿ ਮੈਂ ਕੱਲ੍ਹ ਜਦੋਂ ਸਕੂਲ ਤੋਂ ਵਾਪਸ ਘਰ ਆ ਰਿਹਾ ਸੀ ਜਾਂ ਆ ਰਹੀ ਸੀ ਜਾਂ ਸਾਂ, ਤਾਂ ਰਸਤੇ ਵਿੱਚ ਬਹੁਤ ਤੇਜ਼ ਬਾਰਿਸ਼ ਹੋਈ। ਹੁਣ ਤੁਸੀਂ ਦੱਸਤਾ ਬੇਟਾ, ਇੱਥੇ ਤੁਸੀਂ ਆਪਣਾ ਕਲਾਸ ਦਾ ਨਾਮ ਮੈਂਸ਼ਨ ਵੀ ਕਰ ਸਕਦੇ ਹੋ ਕਿ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਗੁਰਮਨਜੀਤ ਕੌਰ 6ਵੀਂ ਕਲਾਸ ਦੀ ਵਿਦਿਆਰਥਣ ਹਾਂ। ਕੱਲ੍ਹ ਜਦੋਂ ਬੇਟਾ ਤੁਸੀਂ ਆਪਣੀ ਆਇਡੈਂਟੀਟੀ ਕਰ ਦਿੰਦੇ ਹੋ ਤਾਂ ਇਹ ਪਤਾ ਲੱਗ ਜਾਂਦਾ ਕਿ ਤੁਸੀਂ ਕਿਸ ਕਲਾਸ ਦੇ ਵਿਦਿਆਰਥੀ ਹੋ। ਸੋ ਇਹ ਲਿਖ ਸਕਦੇ ਹਾਂ, ਬਟ ਅਸੀਂ ਇਹਨੂੰ ਸ਼ਾਰਟ 'ਚ ਹੀ ਪੜ੍ਹਦੇ ਹਾਂ। ਇਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਮੈਂ ਕੱਲ੍ਹ ਜਦੋਂ ਸਕੂਲ ਤੋਂ ਵਾਪਸ ਘਰ ਆ ਰਿਹਾ ਸੀ ਤਾਂ ਰਾਸਤੇ ਵਿੱਚ ਬਹੁਤ ਤੇਜ਼ ਬਾਰਿਸ਼ ਹੋਈ। ਮੈਂ ਪੂਰੀ ਤਰ੍ਹਾਂ ਭਿੱਜ ਗਿਆ। ਹੁਣ ਇਹ ਮੁੰਡਾ ਲਿਖ ਰਿਹਾ, ਇੱਥੇ ਜੇ ਬੇਟਾ ਲੜਕੀ ਚਿੱਠੀ ਲਿਖ ਰਹੀ ਹੈ ਤਾਂ ਭਿੱਜ ਗਈ ਲਿਖਾਂਗੇ। ਮੈਂ ਪੂਰੀ ਤਰ੍ਹਾਂ ਭਿੱਜ ਗਿਆ। ਘਰ ਪਹੁੰਚਣ 'ਤੇ ਮੈਨੂੰ ਤੇਜ਼ ਬੁਖਾਰ ਹੋ ਗਿਆ, ਇਸ ਕਰਕੇ ਮੈਂ ਅੱਜ ਸਕੂਲ ਹਾਜ਼ਰ ਨਹੀਂ ਹੋ ਸਕਦਾ। ਇਹ ਤੁਸੀਂ ਸਕੂਲ ਨਾ ਆਉਣ ਦਾ ਕਾਰਨ ਵੀ ਲਿਖਿਆ ਕਿ ਮੈਂ ਭਿੱਜ ਗਿਆ ਸੀ, ਮੈਨੂੰ ਬੁਖਾਰ ਚੜ੍ਹ ਗਿਆ, ਇਸ ਕਰਕੇ ਮੈਂ ਸਕੂਲ ਨਹੀਂ ਆ ਸਕਦਾ। ਕਿਰਪਾ ਕਰਕੇ ਮੈਨੂੰ 2 ਦਿਨ ਦੀ ਛੁੱਟੀ ਦਿੱਤੀ ਜਾਵੇ। ਬੇਟਾ 3 ਦਿਨ ਦੀ ਵੀ ਹੋ ਸਕਦੀ ਹੈ, ਜਾਂ 1 ਦਿਨ ਦੀ ਵੀ ਹੋ ਸਕਦੀ ਹੈ, ਅੱਧੇ ਦਿਨ ਦੀ ਵੀ ਹੋ ਸਕਦੀ ਹੈ। ਸੋ ਇਹ ਤੁਸੀਂ ਆਪਣੇ ਹਿਸਾਬ ਨਾਲ ਲਿਖਣਾ। ਕਿਰਪਾ ਕਰਕੇ ਮੈਨੂੰ 2 ਦਿਨਾਂ ਦੀ ਛੁੱਟੀ ਦਿੱਤੀ ਜਾਵੇ। ਇਹ ਲਿਖਣ ਤੋਂ ਬਾਅਦ ਬੇਟਾ ਜਿਹੜੀ ਇਹ ਲਾਈਨ ਆ ਇਹ ਹਰ ਇੱਕ ਪੱਤਰ ਦੇ ਵਿੱਚ, ਹਰ ਇੱਕ ਚਿੱਠੀ ਦੇ ਵਿੱਚ ਜ਼ਰੂਰ ਲਿਖਣੀ ਹੈ ਕਿ ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ, ਜੇ ਲੜਕੀ ਹੋ ਤਾਂ ਹੋਵਾਂਗੀ। ਇਹ ਹਰੇਕ ਪੱਤਰ ਦੇ ਵਿੱਚ ਲਿਖਣਾ ਬੇਟਾ ਕਿ ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ। ਸੋ ਇਹ ਸੀ ਪੁਰਾਣਾ ਢੰਗ। ਇੱਦਾਂ ਲੈ ਕੇ ਫਿਰ ਅਸੀਂ ਸੱਜੇ ਹੱਥ ਬਿਲਕੁਲ ਨੀਚੇ ਲਿਖਦੇ ਸੀ ਆਪ ਦਾ ਆਗਿਆਕਾਰੀ। ਹੁਣ ਇਹ ਬੇਟਾ ਅੰਤਮ ਭਾਗ ਹੈ, ਆਪ ਦਾ ਆਗਿਆਕਾਰੀ। ਨਾਮ ਨਵਤੇਜ ਸਿੰਘ, ਰੋਲ ਨੰਬਰ 13, ਜਮਾਤ 6ਵੀਂ। ਸੋ ਫਿਰ ਇੱਧਰ ਅਸੀਂ ਮਿਤੀ ਲਿਖੀ ਹੈ 12 ਫਰਵਰੀ 2017, ਜਾਂ ਜਦੋਂ ਵੀ ਤੁਸੀਂ ਪੱਤਰ ਲਿਖ ਰਹੇ ਹੋ ਉਸ ਦਿਨ ਦੀ ਡੇਟ। ਸੋ ਬੇਟਾ ਇਸ ਢੰਗ ਨਾਲ ਤੁਸੀਂ ਜਿਹੜਾ ਪੁਰਾਣੇ ਸਮੇਂ 'ਚ ਅਸੀਂ ਚਿੱਠੀ ਪੱਤਰ ਲਿਖਿਆ ਕਰਦੇ ਸੀ। ਸੋ ਬੇਟਾ ਅੱਜ ਕੱਲ੍ਹ ਜਿਵੇਂ ਅਸੀਂ ਟਾਈਪਿੰਗ ਦਾ ਜ਼ਮਾਨਾ ਆ ਗਿਆ, ਕੰਪਿਊਟਰਾਈਜ਼ ਜ਼ਮਾਨਾ ਆ ਗਿਆ, ਜੇ ਤੁਸੀਂ ਕੋਈ ਵੀ ਐਪਲੀਕੇਸ਼ਨ ਟਾਈਪ ਕਰਕੇ ਕੰਪਿਊਟਰ ਦੇ ਉੱਪਰ ਉਹਦਾ ਪ੍ਰਿੰਟ ਕੱਢਦੇ ਹੋ ਪ੍ਰਿੰਟਰ ਦੇ ਉੱਪਰ, ਤਾਂ ਉਹ ਸਾਰਾ ਕੁਝ ਬੇਟਾ ਜਿਵੇਂ ਆਪ ਜੀ ਦਾ ਆਗਿਆਕਾਰੀ ਹੈ ਬਿਲਕੁਲ ਸ਼੍ਰੀਮਾਨ ਜੀ ਦੇ ਬਿਲਕੁਲ ਨੀਚੇ ਆ ਜੂ। ਸੋ ਅੱਜ ਆਧੁਨਿਕ ਸਮੇਂ ਦੇ ਵਿੱਚ ਐਪਲੀਕੇਸ਼ਨ ਲਿਖਣ ਦਾ ਜਿਹੜਾ ਢੰਗ ਬਦਲ ਚੁੱਕਿਆ। ਸੋ ਆਓ ਆਪਾਂ ਉਸ ਸਟਰਕਚਰ ਬਾਰੇ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਅਸੀਂ ਚਿੱਠੀ ਕਿਵੇਂ ਲਿਖਣ ਲੱਗ ਪਏ ਹਾਂ, ਪੱਤਰ ਕਿਵੇਂ ਲਿਖਣ ਲੱਗ ਪਏ ਹਾਂ। ਸੋ ਬੇਟਾ ਜਿਵੇਂ ਕਿ ਤੁਸੀਂ ਆਹ ਸਕਰੀਨ ਦੇ ਉੱਪਰ ਦੇਖ ਰਹੇ ਹੋ, ਪ੍ਰਸ਼ਨ ਨੰਬਰ 6, ਮੰਨ ਲਓ ਤੁਹਾਨੂੰ ਕਿਹਾ ਗਿਆ ਕਿ ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਤੋਂ ਸਕੂਲ ਛੱਡਣ ਦਾ ਸਰਟੀਫਿਕੇਟ ਲਓ। ਸੋ ਬੇਟਾ ਜਿਹੜਾ ਸਰਟੀਫਿਕੇਟ ਲਓ ਵਾਲੀ ਸਾਰੀ ਸਟੇਟਮੈਂਟਾਂ ਤੁਸੀਂ ਉੱਪਰ ਲਿਖਣੀਆਂ। ਉਸ ਤੋਂ ਬਾਅਦ ਐਪਲੀਕੇਸ਼ਨ ਕਿੱਦਾਂ ਸ਼ੁਰੂ ਕਰਨੀ ਆ ਦੇਖ ਸਕਦੇ ਹੋ ਸਕਰੀਨ ਦੇ ਉੱਪਰ। ਸੇਵਾ ਵਿਖੇ, ਕੌਮਾ, ਮੁੱਖ ਅਧਿਆਪਕ ਜੀ, ਪ੍ਰਿੰਸੀਪਲ ਸਾਹਿਬ ਵੀ ਲਿਖ ਸਕਦੇ ਹੋ। ਅੱਗੇ ਜਿਵੇਂ ਮੰਨ ਲਓ ਕਿ ਤਾਂ ਆਪਾਂ ਨੇ ਇਹਦੇ ਵਿੱਚ ਐਗਜ਼ਾਮਪਲ ਲਈ ਆ ਦੀਵਾਨ ਟੋਡਰਮਲ ਪਬਲਿਕ ਸਕੂਲ। ਅੱਗੇ ਜਿਵੇਂ ਅਸੀਂ ਕਿਹਾ ਜੀ ਤੁਸੀਂ ਕਿਸੇ ਸਿਟੀ 'ਚੋਂ ਕਿਸੇ ਡਿਸਟ੍ਰਿਕਟ ਦੇ ਵਿੱਚੋਂ ਤਾਂ ਉਹਦਾ ਨਾਮ ਪਾਵਾਂਗੇ, ਬਟ ਇੱਥੇ ਅਸੀਂ ਲਿਖ ਰਹੇ ਹਾਂ ਕਾਕੜਾ। ਇਹ ਪਿੰਡ ਦੇ ਵਿੱਚ ਇਹ ਜਿਹੜਾ ਸਕੂਲ ਹੈ ਉਹ ਸੁਸ਼ੋਭਿਤ ਹੈ। ਅੱਗੇ ਬੇਟਾ ਅਸੀਂ ਗੱਲ ਕਰੀ ਸੀ
कि जिहड़ी तुसीं एप्लीकेशन लिख रहे हो ਉਹਦਾ ਵਿਸ਼ਾ ਕੀ ਹੈ, किस बारे है। ਹੁਣ ਆਪਾਂ ਐਪਲੀਕੇਸ਼ਨ ਦੇ ਉੱਪਰ ਹੈਡਿੰਗ ਦਿੱਤਾ ਕਿ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਬੇਨੇ ਪੱਤਰ ਲਿਖਣਾ। ਹੁਣ ਇਹਦਾ ਵਿਸ਼ਾ ਕੀ ਹੋਏਗਾ, ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ। ਇੱਥੇ ਤੁਸੀਂ ਕਲੀਅਰ ਕਰਕੇ ਬੇਸ਼ੱਕ ਇੱਕ ਲਾਈਨ ਛੱਡ ਕੇ ਨੀਚੇ ਆਪਣਾ ਜਿਹੜਾ ਸੰਬੋਧਨ ਜਿਨ੍ਹਾਂ ਨੂੰ ਤੁਸੀਂ ਕਰ ਰਹੇ ਹੋ, ਕਿਹਨਾਂ ਨੂੰ ਕਰ ਰਹੇ ਹੋ। ਜੇਕਰ ਪ੍ਰਿੰਸੀਪਲ ਸਰ ਨੇ, ਜੈਂਟਸ ਨੇ ਤਾਂ ਸ਼੍ਰੀਮਾਨ ਜੀ ਤੋਂ ਸ਼ੁਰੂ ਕਰ ਸਕਦੇ ਹੋ। ਜੇਕਰ ਸਕੂਲ ਦੇ ਪ੍ਰਬੰਧਕ ਪ੍ਰਿੰਸੀਪਲ ਮੈਡਮ ਨੇ ਤਾਂ ਸ਼੍ਰੀਮਤੀ ਜੀ ਲਿਖ ਕੇ ਤੁਸੀਂ ਸ਼ੁਰੂ ਕਰ ਸਕਦੇ ਹੋ। ਸੋ ਬੇਟਾ ਇਹ ਲਿਖ ਕੇ ਉਸ ਤੋਂ ਬਾਅਦ ਨੀਚੇ ਹੀ ਸ਼੍ਰੀਮਤੀ ਜੀ ਦੇ ਬਿਲਕੁਲ ਨੀਚੇ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 7ਵੀਂ ਕਲਾਸ ਦਾ ਵਿਦਿਆਰਥੀ ਹਾਂ, 6ਵੀਂ ਦਾ, 8ਵੀਂ ਦਾ, 12ਵੀਂ ਦਾ। ਉਸ ਤੋਂ ਬਾਅਦ ਤੁਸੀਂ ਆਪਣੀ ਜੋ ਵੀ ਡਿਮਾਂਡ ਆ ਉਹ ਦੱਸਣੀ ਹੈ ਕਿ ਮੇਰੇ ਪਿਤਾ ਜੀ ਐਂ ਕਰਕੇ ਉਹਨਾਂ ਦੀ ਬਦਲੀ ਆ ਉਹ ਭਵਾਨੀਗੜ੍ਹ ਤੋਂ ਜਲੰਧਰ ਦੀ ਹੋ ਗਈ ਹੈ ਜਾਂ ਕਪੂਰਥਲੇ ਦੀ ਹੋ ਗਈ ਹੈ ਜਾਂ ਕਿਸੇ ਵੀ ਦੂਸਰੀ ਥਾਂ 'ਤੇ ਉਹਨਾਂ ਦੀ ਬਦਲੀ ਹੋ ਗਈ, ਸਾਰਾ ਪਰਿਵਾਰ ਉਹਨਾਂ ਦੇ ਨਾਲ ਉਸ ਸਥਾਨ 'ਤੇ ਜਾ ਰਿਹਾ ਹੈ। ਸੋ ਮੈਨੂੰ ਵੀ ਆਪਣੇ ਪਰਿਵਾਰ ਦੇ ਨਾਲ ਜਾਣਾ ਪਏਗਾ ਅਤੇ ਮੈਂ ਚਾਹੁੰਦਾ ਕਿ ਮੈਂ ਆਪਣੀ ਅਗਲੀ ਪੜ੍ਹਾਈ ਉੱਥੇ ਜਾ ਕੇ ਸ਼ੁਰੂ ਕਰ ਸਕਾਂ। ਇਸ ਲਈ ਮੈਨੂੰ ਸਕੂਲ ਛੱਡਣ ਦੇ ਸਰਟੀਫਿਕੇਟ ਦੀ ਜ਼ਰੂਰਤ ਹੈ, ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ। ਸੋ ਬੇਟਾ ਇਸ ਤਰ੍ਹਾਂ ਲਿਖਤਾ, ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। ਜਿਵੇਂ ਪਹਿਲਾਂ ਉੱਪਰ ਜਿਹੜੀ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ ਬੇਟਾ, ਉਹਦੇ ਵਿੱਚ ਆਪ ਜੀ ਦਾ ਆਗਿਆਕਾਰੀ ਬਿਲਕੁਲ ਸੱਜੇ ਹੱਥ ਸਾਈਡ 'ਤੇ ਸੀ। ਹੁਣ ਬੇਟਾ ਜਿਵੇਂ ਤੁਸੀਂ ਉੱਪਰੋਂ ਆ ਦੇਖ ਰਹੇ ਹੋ 2 ਲਾਈਨਾਂ ਆ ਰਹੀਆਂ ਨੇ, ਬਿਲਕੁਲ ਇਸੇ ਸੇਧ ਦੇ ਵਿੱਚ ਜਿਵੇਂ ਅਸੀਂ ਆ ਉੱਪਰ ਲਿਖਿਆ ਮੈਟਰ, ਉਸੇ ਸੇਧ ਦੇ ਵਿੱਚ ਬਿਲਕੁਲ ਨੀਚੇ ਆ ਕੇ ਆਪ ਜੀ ਦਾ ਆਗਿਆਕਾਰੀ ਹੁਣ ਇਸ ਸਾਈਡ ਪਾਉਣ ਲੱਗ ਪਏ ਆ। ਇਹਦਾ ਰੁਝਾਨ ਆ ਗਿਆ ਬੇਟਾ ਸਮੇਂ ਮੁਤਾਬਕ, ਮਤਲਬ ਗਲਤ ਉਹ ਵੀ ਨਹੀਂ ਹੈ, ਬਟ ਅਸੀਂ ਆਧੁਨਿਕ ਸਮੇਂ ਦੀ ਰੀਸ ਕਰਦੇ ਹੋਏ ਜਿਵੇਂ ਕਿ ਕੰਪਿਊਟਰਾਈਜ਼ ਅਸੀਂ ਪ੍ਰਿੰਟ ਦੇਖਦੇ ਹਾਂ ਉਹਨਾਂ ਦੇ ਉੱਪਰ ਸਾਰਾ ਕੁਝ ਇਸ ਪਾਸੇ ਲੈਫਟ ਸਾਈਡ ਹੁਣ ਜਿਹੜਾ ਸ਼ਿਫਟ ਹੋ ਚੁੱਕਿਆ। ਹੁਣ ਤੁਸੀਂ ਇੱਥੇ ਲਿਖਣਾ ਆਪ ਜੀ ਦਾ ਆਗਿਆਕਾਰੀ, ਨਾਮ ਗੁਰਪ੍ਰੀਤ ਸਿੰਘ, ਰੋਲ ਨੰਬਰ 6, ਜਮਾਤ 6ਵੀਂ। ਇੱਕ ਲਾਈਨ ਛੱਡ ਕੇ ਤੁਸੀਂ ਨੀਚੇ ਪਾ ਸਕਦੇ ਹੋ ਮਿਤੀ 10 ਜੁਲਾਈ, 20 ਜੁਲਾਈ, 12 ਜੁਲਾਈ 2021-22 ਜਿਹੜੇ ਸਾਲ ਸੰਨ 'ਚ ਤੁਸੀਂ ਚਿੱਠੀ ਪੱਤਰ ਲਿਖ ਰਹੇ ਹੋ। ਸੋ ਬੇਟਾ ਇਸ ਢੰਗ ਦੇ ਨਾਲ ਜਿਹੜਾ ਤੁਸੀਂ ਨੇ ਚਿੱਠੀ ਪੱਤਰ ਆ ਹੁਣ ਨਵੇਂ ਸਟਾਈਲ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਨੀ ਹੈ। ਸੋ ਆਓ ਆਪਾਂ ਉਦਾਹਰਨ ਦੇ ਲਈ ਇੱਕ ਅਗਲੀ ਐਪਲੀਕੇਸ਼ਨ ਦੇਖਦੇ ਹਾਂ ਕਿ ਇਹ ਜੋ ਸਟਰਕਚਰ ਆ ਇਹਦੇ ਵਿੱਚ ਤੁਸੀਂ ਨੇ ਨੀਚੇ ਦਿੱਤੀਆਂ ਸਾਰੀਆਂ ਅਰਜ਼ੀਆਂ ਨੂੰ ਉਸੇ ਢੰਗ ਦੇ ਨਾਲ ਉਸੇ ਤਰਜ਼ ਦੇ ਉੱਪਰ ਲਿਖਣਾ ਹੈ। ਅਗਲੀ ਅਰਜ਼ੀ ਹੈ ਕਿ ਘਰ ਵਿੱਚ ਜ਼ਰੂਰੀ ਕੰਮ ਹੋਣ ਕਾਰਨ ਛੁੱਟੀ ਲੈਣ ਲਈ ਬੇਨੇ ਪੱਤਰ ਲਿਖੋ। ਜਿਵੇਂ ਅਸੀਂ ਉੱਪਰ ਲਿਖਿਆ ਸੀ ਪ੍ਰਸ਼ਨ ਨੰਬਰ 6, ਉੱਥੇ ਇਹ ਜੋ ਪਿੰਕ ਰੰਗ ਦੇ ਵਿੱਚ ਹੈਡਿੰਗ ਹੈ ਇਹਨੂੰ ਉੱਪਰ ਲਿਖਣਾ ਹੈ ਅਤੇ ਐਪਲੀਕੇਸ਼ਨ ਬਿਲਕੁਲ ਸੇਮ ਉਸੇ ਢੰਗ ਨਾਲ ਸੇਵਾ ਵਿਖੇ ਜਿਵੇਂ ਆਪਾਂ ਉੱਪਰ ਸਮਝਾਇਆ, ਮੁੱਖ ਅਧਿਆਪਕ ਸਾਹਿਬ ਕੌਮਾ ਸਰਕਾਰੀ ਹਾਈ ਸਕੂਲ ਕੌਮਾ ਮਲੋਟ ਜਿਸ ਸਥਾਨ ਦੇ ਉੱਪਰ ਸਕੂਲ ਆ ਕੌਮਾ SSA ਨਗਰ ਡੈਸ਼। ਇੱਥੇ ਤੁਸੀਂ ਪੂਰਾ ਪ੍ਰੋਪਰ ਆਪਣੇ ਸਕੂਲ ਦਾ ਸੰਸਥਾ ਦਾ ਜਿਹੜਾ ਐਡਰੈਸ ਆ ਉਹ ਲਿਖ ਦਿੱਤਾ ਹੈ। ਫਿਰ ਅੱਗੇ ਤੁਸੀਂ ਸਕੂਲ ਦੇ ਪ੍ਰਿੰਸੀਪਲ ਮੈਡਮ ਨੇ ਜਾਂ ਸਰ ਨੇ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਲਿਖੋਗੇ ਸ਼੍ਰੀਮਾਨ ਜੀ। ਫਿਰ ਤੁਸੀਂ ਇੱਥੇ ਸਨਮਰ ਲਿਖਿਆ ਹੋਇਆ ਜਾਂ ਨਿਮਰਤਾ ਸਹਿਤ ਵੀ ਲਿਖ ਸਕਦੇ ਹੋ, ਬੇਨਤੀ ਹੈ ਕਿ ਮੈਨੂੰ ਘਰ ਬਹੁਤ ਜ਼ਰੂਰੀ ਕੰਮ ਹੈ। ਹੁਣ ਤੁਹਾਡਾ ਇਹ ਟੀਚਰ ਨੂੰ ਪਤਾ ਲੱਗ ਗਿਆ ਕਿ ਘਰ ਵਿੱਚ ਬੱਚੇ ਨੂੰ ਕੋਈ ਖਾਸ ਜਾਂ ਜ਼ਰੂਰੀ ਕੰਮ ਹੈ, ਇਸ ਲਈ ਮੈਂ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦੀ ਜਾਂ ਨਹੀਂ ਹੋ ਸਕਦਾ। ਕਿਰਪਾ ਕਰਕੇ ਜਦੋਂ ਬੇਟਾ ਤੁਸੀਂ ਕੋਈ ਗੱਲ ਮਨਵਾਉਣੀ ਹੈ ਤਾਂ ਉੱਥੇ ਇਹ ਸ਼ਬਦ ਜ਼ਰੂਰ ਲਿਖਣੇ ਨੇ ਕਿ ਕਿਰਪਾ ਕਰਕੇ ਮੈਨੂੰ ਅੱਜ ਦੇ ਦਿਨ ਦੀ ਛੁੱਟੀ ਦਿੱਤੀ ਜਾਵੇ। ਅੱਜ ਦੇ ਦਿਨ ਭਾਵ ਤੁਸੀਂ ਇੱਕ ਦਿਨ ਦੀ ਛੁੱਟੀ ਲੈ ਰਹੇ ਹੋ। ਸੋ ਉੱਥੇ ਮੈਂਸ਼ਨ ਵੀ ਕਰ ਸਕਦੇ ਹੋ ਕਿ ਡੇਟ ਵੀ ਪਾ ਸਕਦੇ ਹੋ ਕਿ ਮੈਨੂੰ ਇਸ ਤਰੀਕ ਦੀ ਛੁੱਟੀ ਦਿੱਤੀ ਜਾਵੇ ਜੇ ਤੁਸੀਂ ਇੱਕ ਦਿਨ ਪਹਿਲਾਂ ਚਿੱਠੀ ਲਿਖ ਰਹੇ ਹੋ। ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। ਸੋ ਇਹ ਗੱਲ ਲਿਖਣੀ ਕਿਤੇ ਵੀ ਨਹੀਂ ਭੁੱਲਣੀ, ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਅਤੇ ਉਸ ਤੋਂ ਬਾਅਦ ਡੰਡੀ। ਸੋ ਬੇਟਾ ਜਦੋਂ ਅਸੀਂ ਐਪਲੀਕੇਸ਼ਨਾਂ ਲਿਖਦੇ ਹਾਂ ਉਹਨਾਂ ਦੇ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਜਿਹੜੀ ਯੋਗ ਤੁਸੀਂ ਵਰਤੋਂ ਕਰਨੀ ਹੈ, ਜਿਵੇਂ ਕਿ ਕੌਮਾ ਲੱਗਦਾ ਹੈ, ਕਿਤੇ ਪ੍ਰਸ਼ਨ ਮਾਰਕ ਹੈ, ਕਿਤੇ ਤੁਸੀਂ ਡੰਡੀ ਲਗਾ ਰਹੇ ਹੋ, ਉਹਨਾਂ ਨੂੰ ਜਦੋਂ ਬੇਟਾ ਅਸੀਂ ਲਗਾਉਂਦੇ ਹਾਂ ਫਿਰ ਤੁਹਾਡੇ ਜਿਹੜੇ ਗ੍ਰਾਮਰ ਦੇ ਵਿੱਚੋਂ ਐਪਲੀਕੇਸ਼ਨ ਅਰਜੀ ਦੇ ਵਿੱਚੋਂ ਫੁੱਲ ਮਾਰਕਸ ਆਉਂਦੇ ਨੇ। ਜੇਕਰ ਅਸੀਂ ਕੌਮਾ ਬਿੰਦੀ ਡੰਡੀ ਦੀ ਵਰਤੋਂ ਨਹੀਂ ਕਰਦੇ ਤਾਂ ਤੁਹਾਡੇ ਜਿਹੜੇ ਮਾਰਕਸ ਨੇ ਉੱਥੇ ਉਹ ਕੱਟ ਲਏ ਜਾਂਦੇ ਨੇ। ਜਿਵੇਂ ਕਿ ਆਪ ਜੀ ਦਾ ਆਗਿਆਕਾਰੀ ਬੇਟਾ, ਹੁਣ ਇਹ ਸਾਰੇ ਜਿਹੜੀਆਂ ਅਸੀਂ ਐਪਲੀਕੇਸ਼ਨਾਂ ਦੇਖਾਂਗੇ ਇਹਨਾਂ ਦੇ ਸੱਜੇ ਹੱਥ ਆ, ਇਹਨੂੰ ਅਸੀਂ ਸ਼ਿਫਟ ਕਰਕੇ ਕਿੱਥੇ ਲੈ ਆਉਣਾ, ਲੈਫਟ ਸਾਈਡ ਬਿਲਕੁਲ ਨੀਚੇ ਇੱਕ ਪੈਟਰਨ ਦੇ ਵਿੱਚ ਲਿਖਾਂਗੇ ਆਪ ਜੀ ਦਾ ਆਗਿਆਕਾਰੀ। ਉੱਪਰ ਲਿਖ ਰਹੇ ਸੀ ਲੜਕੀ ਵੀ ਮੈਂ ਬਿਮਾਰ, ਮੈਨੂੰ ਬਹੁਤ ਜ਼ਰੂਰੀ ਕੰਮ ਹੈ ਇਸ ਲਈ ਮੈਂ ਸਕੂਲ ਵਿੱਚ ਹਾਜ਼ਰ ਨਹੀਂ ਹੋ ਸਕਦੀ, ਤਾਂ ਇੱਥੇ ਤੁਸੀਂ ਆਪ ਜੀ ਦੀ ਆਗਿਆਕਾਰੀ ਪਾਉਣਾ ਹੈ। ਨਾਮ ਹੈ ਮਨਪ੍ਰੀਤ ਕੌਰ, ਰੋਲ ਨੰਬਰ 21 ਕੌਮਾ ਲਾ ਕੇ ਨੀਚੇ ਆਈ ਜਾਣਾ ਹੈ, ਜਮਾਤ 7ਵੀਂ A। ਸੋ ਜਿਸ ਦਿਨ ਤੁਸੀਂ ਚਿੱਠੀ ਪੱਤਰ ਲਿਖ ਰਹੇ ਹੋ ਉਸ ਦਿਨ ਦੀ ਡੇਟ ਤੁਸੀਂ ਨੇ ਪਾਉਣੀ ਹੈ।
ਸੋ ਬੇਟਾ ਇਸ ਦੇ ਨਾਲ ਹੀ ਅਗਲਾ ਪੱਤਰ ਹੈ ਫੀਸ ਮਾਫ ਕਰਾਉਣ ਲਈ ਬਿਨੇ ਪੱਤਰ। ਹੁਣ ਇਹਦੇ ਵਿੱਚ ਤੁਸੀਂ ਆਪਣੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਉਹਨਾਂ ਤੋਂ ਆਪਣੀ ਜਿਹੜੀ ਫੀਸ ਮਾਫ ਕਰਵਾਉਣੀ ਹੈ, ਉਹਨਾਂ ਨੂੰ ਪੱਤਰ ਕਿਸ ਤਰ੍ਹਾਂ ਲਿਖਣਾ ਹੈ। ਸੋ ਬੇਟਾ ਜਦੋਂ ਅਸੀਂ ਇਹ ਪੱਤਰ ਲਿਖਦੇ ਹਾਂ ਫੀਸ ਮਾਫੀ ਦਾ, ਉਹਦੇ ਵਿੱਚ ਇੱਕ ਤਾਂ ਤੁਸੀਂ ਆਪਣੇ ਘਰ ਦੀ ਜਿਹੜੀ ਆਰਥਿਕ ਸਥਿਤੀ ਆ ਉਸ ਨੂੰ ਦਰਸਾਉਣਾ ਹੁੰਦਾ ਹੈ ਕਿ ਸਾਡਾ ਪਰਿਵਾਰ ਵੱਡਾ ਹੈ, ਮੇਰੇ ਪਿਤਾ ਜੀ ਦਿਹਾੜੀ ਕਰਦੇ ਹਨ, ਮੇਰੇ ਪਿਤਾ ਜੀ ਛੋਟੇ ਦੁਕਾਨਦਾਰ ਹਨ, ਮੇਰੇ ਪਿਤਾ ਜੀ ਇੱਕ ਗਰੀਬ ਕਿਸਾਨ ਹਨ। ਪਹਿਲੀ ਗੱਲ ਤਾਂ ਆਪਣੇ ਪਿਤਾ ਜੀ ਬਾਰੇ ਆਇਡੈਂਟੀਟੀ ਕਰਵਾਉਣੀ ਹੈ ਕਿ ਉਹ ਕੀ ਕੰਮ ਕਰਦੇ ਨੇ। ਫਿਰ ਅੱਗੇ ਬੇਟਾ ਅਸੀਂ ਇਹਦੇ ਵਿੱਚ ਆਪਣੇ ਪਰਿਵਾਰ ਦੇ ਵੀ ਸਾਡਾ ਪਰਿਵਾਰ ਵੱਡਾ ਹੈ, ਮੇਰੇ 3 ਭੈਣ ਭਰਾ ਕਾਲਜ ਪੜ੍ਹਦੇ ਹਨ, ਮੇਰੇ ਪਿਤਾ ਜੀ ਮੇਰੀ ਫੀਸ ਨਹੀਂ ਭਰ ਸਕਦੇ, ਮੈਨੂੰ ਸਕੂਲੋਂ ਹਟਾਉਣਾ ਚਾਹੁੰਦੇ ਨੇ, ਹਟਾਉਣਾ ਚਾਹੁੰਦੇ ਹਨ। ਇੱਥੇ ਲਿਆ ਕੇ ਤੁਸੀਂ ਗੱਲ ਨੂੰ ਅੱਗੇ ਵਿਸਤਾਰ ਦੇਣਾ ਹੈ ਕਿ ਮੈਂ ਆਪਣੇ ਬਾਰੇ ਵੀ ਮੈਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ, ਘਰ ਦੇ ਹਟਾਉਣਾ ਚਾਹੁੰਦੇ ਨੇ, ਮੈਨੂੰ ਸ਼ੌਂਕ ਹੈ, ਮੈਂ ਹਰ ਸਾਲ ਕਲਾਸ ਵਿੱਚੋਂ ਫਸਟ ਆਉਂਦਾ ਹਾਂ, ਮੈਂ ਪਿਛਲੇ ਸਾਲ ਡਿਸਟ੍ਰਿਕਟ ਲੈਵਲ 'ਤੇ ਕਰਾਟੇ ਚੈਂਪੀਅਨਸ਼ਿਪ ਜਿੱਤੀ, ਮੈਨੂੰ ਪਿਛਲੇ ਸਾਲ ਸਕੂਲ ਦੇ ਬੈਸਟ ਸਟੂਡੈਂਟ ਦਾ ਅਵਾਰਡ ਮਿਲਿਆ, ਪਿਛਲੇ ਸਾਲ ਮੈਨੂੰ 100% ਜਿਹੜੀਆਂ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਅਟੈਂਡੈਂਸ ਅਵਾਰਡ ਮਿਲਿਆ। ਸੋ ਬੇਟਾ ਤੁਸੀਂ ਆਪਣੀਆਂ ਪ੍ਰਾਪਤੀਆਂ ਗਿਣਾਉਣੀਆਂ ਨੇ। ਜੇ ਤੁਸੀਂ ਗਿਣਾਓ ਜੀ ਪਿਛਲੇ ਸਾਲ ਮੈਂ ਸਕੂਲ ਦੀ ਟਾਕੀ ਤੋੜ ਦਿੱਤੀ ਸੀ, ਇੱਕ ਮੈਂ ਪਿਛਲੇ ਸਾਲ ਕਿਸੇ ਬੱਚੇ ਦੇ ਮੂੰਹ ਦੇ ਉੱਪਰ ਮੁੱਕਾ ਮਾਰ ਦਿੱਤਾ ਸੀ, ਮੈਂ ਗੱਡੀ ਦੇ ਵਿੱਚ ਸਕੂਲ ਵੈਨ ਦੇ ਵਿੱਚ ਕਿਸੇ ਨਾਲ ਲੜ ਪਿਆ ਸੀ, ਮੈਂ ਕਿਸੇ ਦੀ ਬੱਚੇ ਦੀ ਜਿਓਮੈਟਰੀ ਚੋਰੀ ਕਰ ਲਈ ਸੀ, ਇਸ ਕਰਕੇ ਮੈਨੂੰ ਸਕੂਲ ਵਿੱਚ ਦਾਖਲ ਕੀਤਾ ਜਾਵੇ, ਜਾਂ ਤੁਸੀਂ ਕਹਿ ਦਿਓ ਕਿ ਮੇਰੀ ਫੀਸ ਮਾफ़ ਕੀਤੀ ਜਾਵੇ। ਬੇਟਾ ਤੁਹਾਡਾ ਇਹ ਬਿਹੇਵੀਅਰ ਦੇ ਕੇ ਕੋਈ ਵੀ ਤੁਹਾਡੀ ਫੀਸ ਮਾफ़ ਕਰੂਗਾ, ਤੁਹਾਨੂੰ ਸਕੂਲ ਦੇ ਵਿੱਚ ਕੋਈ ਦਾਖਲ ਕਰੂਗਾ? ਨੋ। ਸੋ ਬੇਟਾ ਇੱਥੇ ਐਪਲੀਕੇਸ਼ਨ ਲਿਖਣ ਲੱਗਿਆ ਇਹ ਖਾਸ ਗੱਲ ਦਾ ਧਿਆਨ ਰੱਖਣਾ ਕਿ ਉੱਪਰ ਤੁਸੀਂ ਆਪਣੇ ਘਰ ਦੀ ਮਜਬੂਰੀ ਦਰਸਾਉਣੀ ਹੈ ਅਤੇ ਨੀਚੇ ਇਹ ਦੱਸਣਾ ਕਿ ਮੇਰੇ ਵਿੱਚ ਇਹ ਚੰਗੇ ਗੁਣ ਨੇ। ਉਹ ਚੰਗੇ ਗੁਣਾਂ ਨੂੰ ਵੇਖ ਕੇ ਜਿਹੜੇ ਤੁਹਾਡੇ ਸਕੂਲ ਮੁਖੀ ਨੇ, ਤੁਹਾਡੇ ਸਕੂਲ ਪ੍ਰਬੰਧਕ ਨੇ, ਤੁਹਾਡੀ ਫੀਸ ਮਾफ़ ਕਰਨਗੇ। ਸੋ ਬੇਟਾ ਇਹ ਇਸ ਐਪਲੀਕੇਸ਼ਨ ਦੇ ਸੰਬੰਧ ਵਿੱਚ ਕੁਝ ਖਾਸ ਗੱਲਾਂ ਸੀ, ਆਓ ਪੜ੍ਹਦੇ ਹਾਂ। ਐਪਲੀਕੇਸ਼ਨ ਬਿਲਕੁਲ ਉਸੇ ਤਰ੍ਹਾਂ ਲਿਖਣੀ ਹੈ ਜਿਵੇਂ ਉੱਪਰ ਫੀਸ ਮਾफ़ ਕਰਵਾਉਣ ਲਈ ਬਿਨੇ ਪੱਤਰ ਬਿਲਕੁਲ ਉੱਪਰ ਲਿਖਾਂਗੇ, ਸੇਵਾ ਵਿਖੇ ਵੀ ਉਸੇ ਲੈਫਟ ਸਾਈਡ ਦੇ ਉੱਪਰ ਲਿਖਾਂਗੇ, ਅਤੇ ਪ੍ਰਿੰਸੀਪਲ ਸਾਹਿਬ ਕੌਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਮਾ ਕਿੱਥੋਂ ਦਾ ਸਕੂਲ ਹੈ, ਕੋਈ ਸਿਟੀ ਹੈ, ਡਿਸਟ੍ਰਿਕਟ ਵਾਈਜ਼ ਸਕੂਲ ਹੈ, ਕਿਸੇ ਵੱਡੇ ਪਿੰਡ ਦੇ ਵਿੱਚ ਹੈ, ਨਾਮ ਪਾਇਆ ਖਰੜ ਡੰਡੀ। ਹੁਣ ਇੱਥੇ ਜਿਹੜੀ ਅਸੀਂ ਆਧੁਨਿਕ ਢੰਗ ਨਾਲ ਚਿੱਠੀ ਪੱਤਰ ਲਿਖਣਾ, ਉੱਥੇ ਲਿਖਣਾ ਵਿਸ਼ੇ ਦੇ ਉੱਪਰ ਲਿਖਾਂਗੇ ਫੀਸ ਮਾफ़ ਕਰਵਾਉਣ ਸੰਬੰਧੀ। ਹੁਣ ਸਕੂਲ ਮੁਖੀ ਨੇ ਬੇਟਾ ਜਦੋਂ ਤੁਹਾਡਾ ਇਹ ਪੱਤਰ ਵੇਖਣਾ ਨਾਲ ਦੀ ਨਾਲ ਉਹਨਾਂ ਨੇ ਸਮਝ ਜਾਣਾ ਕਿ ਬੱਚਾ ਜਿਹੜਾ ਫੀਸ ਮਾफ़ੀ ਦੇ ਸੰਬੰਧ ਦੇ ਵਿੱਚ ਸਾਡੇ ਕੋਲ ਇਹ ਪੱਤਰ ਲੈ ਕੇ ਆਇਆ। ਅੱਗੇ ਸ਼੍ਰੀਮਤੀ ਜੀ ਜਾਂ ਸ਼੍ਰੀਮਾਨ ਜੀ, ਇਹ 'ਤੇ ਸਨਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ 7ਵੀਂ ਜਮਾਤ ਦੀ ਵਿਦਿਆਰਥਣ ਹਾਂ। ਹੁਣ ਇਹ ਲੜਕੀ ਆ, ਇਹਨੇ ਸਾਰੀ ਆਇਡੈਂਟੀਟੀ ਕਰਤੀ ਕਿ ਮੈਂ 7ਵੀਂ ਕਲਾਸ ਦੀ ਵਿਦਿਆਰਥਣ ਹਾਂ। ਮੇਰੇ ਪਿਤਾ ਜੀ ਇੱਕ ਛੋਟੇ ਦੁਕਾਨਦਾਰ ਹਨ। ਹੁਣ ਸਾਨੂੰ ਇਹ ਵੀ ਕਲੀਅਰ ਹੋ ਰਿਹਾ ਕਿ ਉਹਦੇ ਪਿਤਾ ਜੀ ਇੱਕ ਛੋਟੇ ਦੁਕਾਨਦਾਰ ਹਨ। ਉਹਨਾਂ ਦੀ ਆਮਦਨ ਬਹੁਤ ਥੋੜ੍ਹੀ ਹੈ। ਹੁਣ ਇੱਥੋਂ ਪ੍ਰਿੰਸੀਪਲ ਸਾਹਿਬ ਨੂੰ ਪਤਾ ਲੱਗ ਰਿਹਾ ਕਿ ਘਰ ਦੇ ਵਿੱਚ ਥੋੜ੍ਹਾ ਗਰੀਬੀ ਦਾ ਮਾਹੌਲ ਹੈ। ਮੇਰੇ 2 ਵੱਡੇ ਭੈਣ ਭਰਾ ਵੀ ਕਾਲਜ ਵਿੱਚ ਪੜ੍ਹਦੇ ਹਨ। ਹੁਣ ਇੱਥੇ ਪਤਾ ਲੱਗ ਰਿਹਾ ਕਿ ਉਹਨਾਂ ਦੇ ਘਰ ਦੇ ਵਿੱਚ 2 ਬੱਚੇ ਹੋਰ ਵੀ ਕਾਲਜ 'ਚ ਪੜ੍ਹਦੇ ਨੇ ਅਤੇ ਘਰ ਦੇ ਵਿੱਚ ਬੱਚਿਆਂ ਦੀ ਫੀਸ ਪੜ੍ਹਾਈ ਲਿਖਾਈ ਦਾ ਖਰਚਾ ਕਰਨਾ ਪੇਰੈਂਟਸ ਨੂੰ ਬਹੁਤ ਔਖਾ ਹੈ। ਪਿਤਾ ਜੀ ਸਾਡੇ 3 ਭੈਣ ਭਰਾਵਾਂ ਦੀ ਪੜ੍ਹਾਈ ਦਾ ਖਰਚ ਪੂਰਾ ਨਹੀਂ ਕਰ ਸਕਦੇ। ਇੱਥੇ ਬੱਚੇ ਨੇ ਕਲੀਅਰ ਕਰਤਾ ਕਿ ਮੇਰੇ ਪਿਤਾ ਜੀ ਸਾਡੇ ਘਰ ਦੀ ਜਿਹੜੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਉਹ ਖਰਚ ਪੂਰਾ ਨਹੀਂ ਕਰ ਸਕਦੇ, ਇਸ ਕਾਰਨ ਉਹ ਮੇਰੀ ਪੜ੍ਹਾਈ ਬੰਦ ਕਰਨਾ ਚਾਹੁੰਦੇ ਹਨ। ਸੋ ਇਹ ਪੂਰਾ ਬੱਚੇ ਨੇ ਕਲੀਅਰ ਕਰਤਾ ਕਿ ਉਹ ਮੈਨੂੰ ਪੜ੍ਹਾਉਣਾ ਬੰਦ ਕਰਵਾਉਣਾ ਚਾਹੁੰਦੇ ਨੇ ਕਿਉਂਕਿ ਉਹ ਫੀਸ ਨਹੀਂ ਭਰ ਸਕਦੇ ਮੇਰੀ। ਹੁਣ ਅੱਗੇ ਤੁਸੀਂ ਨੇ ਆਪਣੀ ਆਇਡੈਂਟੀਟੀ, ਆਪਣੀ ਸਿੰਪਥੀ ਲਈ 2-4 ਸ਼ਬਦ ਅੱਛੇ ਲਿਖਣੇ ਨੇ। ਕੀ ਲਿਖਣਾ ਹੈ ਕਿ ਮੈਨੂੰ ਪੜ੍ਹਾਈ ਦਾ ਬਹੁਤ ਸ਼ੌਂਕ ਹੈ। ਪਤਾ ਲੱਗੇ ਪ੍ਰਿੰਸੀਪਲ ਸਰ ਨੂੰ, ਮੈਡਮ ਨੂੰ ਕਿ ਬੱਚਾ ਪੜ੍ਹਨਾ ਚਾਹੁੰਦਾ ਹੈ, ਇਹਨੂੰ ਬਹੁਤ ਸ਼ੌਂਕ ਹੈ। ਸੋ ਅੱਜ ਕੱਲ੍ਹ ਬੱਚਿਆਂ ਦੇ ਬਹੁਤ ਸਾਰੇ ਹੋਰ ਸ਼ੌਂਕ ਨੇ, ਪੜ੍ਹਨ ਦਾ ਸ਼ੌਂਕ ਬਹੁਤ ਘੱਟ ਬੱਚਿਆਂ ਨੂੰ ਆ। ਹੁਣ ਬੱਚਾ ਅੱਗੇ ਕੀ ਕਹਿੰਦਾ ਹੈ ਕਿ ਮੈਂ ਹਰ ਸਾਲ ਆਪਣੀ ਜਮਾਤ ਵਿੱਚ ਪਹਿਲੇ ਨੰਬਰ 'ਤੇ ਆਉਂਦੀ ਹਾਂ। ਹੁਣ ਲੜਕੀ ਕਹਿੰਦੀ ਹੈ ਕਿ ਸਰ ਮੈਂ ਹਰ ਸਾਲ ਕਲਾਸ ਵਿੱਚੋਂ ਫਸਟ ਆਉਂਦੀ ਹਾਂ। ਸੋ ਜੇ ਐਸਾ ਬੱਚਾ ਕਲਾਸ ਦੇ ਵਿੱਚੋਂ ਜਾਂਦਾ ਹੈ ਜਾਂ ਫੀਸ ਨਾ ਭਰਨ ਕਰਕੇ ਹਟਦਾ ਹੈ ਤਾਂ ਸਕੂਲ ਪ੍ਰਿੰਸੀਪਲ ਨੂੰ, ਮੁਖੀ ਨੂੰ ਬੜਾ ਦੁੱਖ ਹੁੰਦਾ ਕਿ ਬੱਚਾ ਫੀਸ ਨਾ ਭਰਨ ਕਰਕੇ ਸਕੂਲੋਂ ਹਟ ਰਿਹਾ ਹੈ ਅਤੇ ਕਿਰਪਾ ਕਰਕੇ ਮੇਰੀ ਫੀਸ ਮਾफ़ ਕੀਤੀ ਜਾਵੇ। ਹੁਣ ਜਿਵੇਂ ਤੁਹਾਨੂੰ ਬੇਟਾ ਮੈਂ ਹੋਰ ਪ੍ਰਾਪਤੀਆਂ ਗਿਣਾਈਆਂ ਸੀ ਕਿ ਮੈਂ ਬੈਸਟ ਸਟੂਡੈਂਟ ਆਫ ਦੀ ਈਅਰ ਹਾਂ, ਬਟ ਇੱਥੇ ਜਦੋਂ ਸਾਨੂੰ ਪਤਾ ਲੱਗ ਰਿਹਾ ਕਿ ਬੱਚਾ ਫਸਟ ਆਉਂਦਾ, ਇਹਦੇ ਨਾਲ ਹੀ ਕਲੀਅਰ ਹੋ ਗਿਆ ਕਿ ਬੱਚਾ ਇੰਟੈਲੀਜੈਂਟ ਆ। ਸੋ ਹੁਣ ਪ੍ਰਿੰਸੀਪਲ ਤੁਹਾਡੀ ਇਹ ਸਾਰੀ ਡਿਮਾਂਡ ਨੂੰ ਦੇਖਦੇ ਹੋਏ ਤੁਹਾਡੀ ਫੀਸ ਮਾफ़ ਜ਼ਰੂਰ ਕਰਨਗੇ, ਪੂਰੀ ਨਹੀਂ, ਅੱਧੀ ਨਹੀਂ, ਥੋੜ੍ਹੀ ਨਹੀਂ, ਜਿੰਨਾ ਕੁ ਵੀ ਉਹ ਕਰ ਸਕਦੇ ਹੋਏ ਜ਼ਰੂਰ ਕਰਨਗੇ। ਸੋ ਮੈਂ ਜਿਵੇਂ ਸੀਗਾ ਮੇਰੀ ਫੀਸ ਮਾफ़ ਕੀਤੀ ਜਾਵੇ, ਮੈਂ ਆਪ ਦਾ
ਜਾਂ ਅਤੀ ਧੰਨਵਾਦੀ ਹੋਵਾਂਗਾ ਜਾਂ ਹੋਵਾਂਗੀ। ਇੱਥੇ ਬੇਟਾ ਤੁਸੀਂ ਐਪਲੀਕੇਸ਼ਨ ਸਮਾਪਤ ਕਰੋਗੇ ਤੇ ਲਾਸਟ ਦੇ ਵਿੱਚ ਲਿਖਦੇ ਹੋ ਆਪ ਜੀ ਦੀ ਆਗਿਆਕਾਰੀ। ਨਾਮ ਗੁਰਮੀਤ ਕੌਰ, ਰੋਲ ਨੰਬਰ 10, ਜਮਾਤ 7ਵੀਂ B। ਇਹ ਸਾਰਾ ਕੁਝ ਬੇਟਾ ਲੈਫਟ ਸਾਈਡ ਲਿਖੋਗੇ, ਇੱਕ ਲਾਈਨ ਛੱਡ ਕੇ ਨੀਚੇ ਤੁਸੀਂ ਜਿਸ ਦਿਨ ਐਪਲੀਕੇਸ਼ਨ ਲਿਖ ਰਹੇ ਹੋ ਉਹਦੀ ਜਿਹੜੀ ਮਿਤੀ ਉਹ ਜ਼ਰੂਰ ਪਾਓਗੇ। ਸੋ ਬੇਟਾ ਇਸੇ ਤਰ੍ਹਾਂ ਐਪਲੀਕੇਸ਼ਨਾਂ ਦੀ ਇੱਕ ਹੋਰ ਕੈਟਾਗਰੀ ਹੈ, ਜਿਵੇਂ ਹੈ ਕਿ ਸਕੂਲ ਦੇ ਮੁੱਖ ਅਧਿਆਪਕ ਤੋਂ ਮੈਚ ਦੇਖਣ ਜਾਣ ਦੀ ਇਜਾਜ਼ਤ ਲੈਣ ਸੰਬੰਧੀ। ਹੁਣ ਬੇਟਾ ਜਿੱਥੇ ਅਸੀਂ ਮਾਫੀਆਂ ਦੀ ਗੱਲ ਕਰਦੇ ਹਾਂ ਜਾਂ ਕਿਸੇ ਛੁੱਟੀ ਦੀ ਗੱਲ ਕਰਦੇ ਹਾਂ, ਉੱਥੇ ਆਗਿਆ ਲੈਣਾ ਵੀ ਇਹ ਕੈਟਾਗਰੀ ਦੇ ਵਿੱਚ ਹੀ ਆਉਂਦਾ। ਜਦੋਂ ਅਸੀਂ ਕਿਸੇ ਸੰਸਥਾ ਦੇ ਵਿੱਚ ਪੜ੍ਹਦੇ ਹਾਂ, ਤੁਸੀਂ ਮੰਨ ਲਓ ਕਿਸੇ ਅਗਲੇ ਸਕੂਲ ਦੇ ਵਿੱਚ ਕਿਤੇ ਖੇਡਾਂ ਹੋ ਰਹੀਆਂ ਨੇ, ਜ਼ੋਨ ਲੈਵਲ ਦੀਆਂ, ਡਿਸਟ੍ਰਿਕਟ ਲੈਵਲ ਦੀਆਂ, ਤੁਹਾਨੂੰ ਹਾਕੀ ਨਾਲ ਜਾਂ ਫੁੱਟਬਾਲ ਨਾਲ ਬੜਾ ਲਗਾ, ਤੁਹਾਡੇ ਸਕੂਲ ਦੀ ਟੀਮ ਉੱਥੇ ਜਾ ਰਹੀ ਆ, ਤੁਸੀਂ ਚਾਹੁੰਦੇ ਹੋ ਕਿ ਮੈਂ ਵੀ ਉੱਥੇ ਜਾਣਾ ਚਾਹੁੰਦਾ, ਬਟ ਉਹਦੇ ਲਈ ਤੁਹਾਨੂੰ ਪਰਮਿਸ਼ਨ ਲੈਣੀ ਪਊਗੀ। ਜੇਕਰ ਤੁਸੀਂ ਇਸ ਤਰ੍ਹਾਂ ਦੀ ਕੋਈ ਪਰਮਿਸ਼ਨ ਨਾਲ ਸੰਬੰਧਿਤ ਐਪਲੀਕੇਸ਼ਨ ਲਿਖਣੀ ਹੈ ਤਾਂ ਆਓ ਜਾਣਦੇ ਹਾਂ ਕਿਵੇਂ ਲਿਖਾਂਗੇ। ਬਿਲਕੁਲ ਉੱਪਰਲਾ ਜੋ ਹੈਡਿੰਗ ਹੈ ਬੇਟਾ ਗੁਲਾਬੀ ਅੱਖਰਾਂ ਵਾਲਾ, ਇਹਨੂੰ ਉੱਪਰ ਲਿਖਾਂਗੇ ਤੇ ਉਸ ਤੋਂ ਨੀਚੇ ਜਿਵੇਂ ਅਸੀਂ ਤੁਹਾਨੂੰ ਉੱਪਰ ਦੱਸ ਕੇ ਆਏ ਹਾਂ ਕਿ ਉਸ ਤਰਜ਼ ਦੇ ਉੱਪਰ ਤੁਸੀਂ ਐਪਲੀਕੇਸ਼ਨ ਲਿਖਣੀ ਆ। ਸੇਵਾ ਵਿਖੇ ਮੁੱਖ ਅਧਿਆਪਕ ਸਾਹਿਬ ਕੌਮਾ ਸਰਕਾਰੀ ਹਾਈ ਸਕੂਲ ਕੌਮਾ ਕਿੱਥੋਂ ਮਟੌਰ ਕੌਮਾ ਜ਼ਿਲ੍ਹਾ SSA ਨਗਰ ਡੰਡੀ। ਸੋ ਇੱਥੇ ਤੁਹਾਡੇ ਪੂਰੇ ਸਕੂਲ ਦਾ ਐਡਰੈਸ ਹੈ ਜਿਹੜਾ ਉਹ ਟਰੇਸ ਹੁੰਦਾ, ਸਾਡੇ ਸਾਹਮਣੇ ਆਉਂਦਾ। ਸੋ ਅੱਗੇ ਤੁਸੀਂ ਨੇ ਲਿਖਣਾ ਵਿਸ਼ਾ। ਹੁਣ ਐਪਲੀਕੇਸ਼ਨ ਪ੍ਰਿੰਸੀਪਲ ਸਰ ਕੋਲ ਇੰਨਾ ਸਮਾਂ ਨਹੀਂ, ਉਹਨਾਂ ਨੇ ਨਾਲ ਦੀ ਨਾਲ ਦੇਖਣਾ ਵਿਸ਼ਾ ਕਿਹਦੇ ਸੰਬੰਧੀ ਆ, ਮੈਚ ਦੇਖਣ ਜਾਣ ਦੀ ਆਗਿਆ ਲੈਣ ਸੰਬੰਧੀ। ਹੁਣ ਉਹਨੂੰ ਪਤਾ ਲੱਗ ਜਾਣਾ ਪ੍ਰਿੰਸੀਪਲ ਸਰ ਨੂੰ, ਮੈਡਮ ਨੂੰ, ਕਿ ਇਸ ਬੱਚੇ ਨੇ ਮੈਚ ਦੇਖਣ ਜਾਣਾ ਹੈ, ਉਹਦੀ ਆਗਿਆ ਲੈਣ ਸੰਬੰਧੀ ਬੱਚੇ ਨੇ ਐਪਲੀਕੇਸ਼ਨ ਲਿਖੀ ਹੈ। ਸੋ ਬੇਟਾ ਤੁਹਾਡੇ ਐਪਲੀਕੇਸ਼ਨ ਦੇ ਵਿਸ਼ੇ ਤੋਂ ਅੱਧੀ ਐਪਲੀਕੇਸ਼ਨ ਬਿਨਾਂ ਪੜ੍ਹੇ ਤੁਹਾਡੇ ਜਿਹੜੇ ਸੰਬੰਧਿਤ ਮੁਖੀ ਨੇ ਹੁੰਦੇ ਨੇ ਉਸ ਵਿਭਾਗ ਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਰਜੀ ਕਿਸ ਸੰਬੰਧ ਵਿੱਚ ਹੈ। ਸੋ ਆਓ ਅੱਗੇ ਦੇਖਦੇ ਹਾਂ। ਸ਼੍ਰੀਮਾਨ ਜੀ ਬੇਨਤੀ ਹੈ ਕਿ ਸਾਡੇ ਸਕੂਲ ਦੀ ਹਾਕੀ ਦੀ ਟੀਮ ਜ਼ਿਲ੍ਹਾ ਪੱਧਰ ਦੇ ਮੈਚ ਖੇਡਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਮਾ ਰੂਪਨਗਰ ਵਿਖੇ ਜਾ ਰਹੀ ਹੈ। ਹੁਣ ਇੱਥੇ ਬੇਟਾ ਤੁਸੀਂ ਦੱਸਣਾ ਵੀ ਸਾਡੇ ਸਕੂਲ ਦੀ ਟੀਮ ਅੱਗੇ ਕਿੱਥੇ ਖੇਡਣ ਜਾ ਰਹੀ ਹੈ। ਹਾਕੀ ਮੇਰੀ ਮਨਪਸੰਦ ਖੇਡ ਹੈ। ਮੰਨ ਲਓ ਤੁਹਾਡੇ ਸਕੂਲ ਦੀ ਹਾਕੀ ਦੀ ਟੀਮ ਖੇਡਣ ਜਾ ਰਹੀ ਹੈ ਅਤੇ ਤੁਹਾਡੀ ਫੇਵਰਟ ਗੇਮ ਆ ਜਿਹੜੀ ਹਾਕੀ ਹੈ। ਹੁਣ ਇੱਥੇ ਖੇਡਣ ਜਾ ਰਹੀ ਹੈ ਜਾਂ ਮੇਰੀ ਮਨਪਸੰਦ ਖੇਡ ਹਾਕੀ ਹੈ। ਹੁਣ ਤੁਸੀਂ ਇੱਥੇ ਹੈ ਜਿੱਥੇ ਲੱਗ ਰਿਹਾ ਉੱਥੇ ਡੰਡੀ ਲਾਉਣੀ ਆ, ਇਹ ਵਿਸ਼ਰਾਮ ਚਿੰਨ੍ਹ ਨੇ। ਮੈਂ ਆਪ ਜੀ ਕੋਲੋਂ ਕੱਲ੍ਹ, ਮਤਲਬ ਇੱਕ ਦਿਨ ਪਹਿਲਾਂ ਤੁਸੀਂ ਆਗਿਆ ਲੈ ਰਹੇ ਹੋ, ਮੈਂ ਆਪ ਜੀ ਕੋਲੋਂ ਕੱਲ੍ਹ ਮਿਤੀ ਜੋ ਵੀ ਤਰੀਕ ਨੂੰ ਤੁਸੀਂ ਮੈਚ ਦੇਖਣ ਜਾਣਾ ਹੈ ਉਹ ਬੇਟਾ ਮੈਂਸ਼ਨ ਕਰ ਸਕਦੇ ਹੋ। ਜਿਵੇਂ ਇੱਥੇ ਦਿੱਤਾ ਹੈ 18/1/2021 ਨੂੰ, ਇਹਦੇ ਵਿੱਚ ਤੁਸੀਂ 22 ਨੂੰ 23 ਨੂੰ 24 ਨੂੰ ਜੋ ਵੀ ਸਨ ਹੈ ਉਹਦੇ ਅਕੋਰਡਿੰਗ ਲਿਖ ਸਕਦੇ ਹੋ। ਨੂੰ ਹੋਣ ਵਾਲੇ ਮੈਚ ਨੂੰ ਦੇਖਣ ਜਾਣ ਦੀ ਆਗਿਆ ਚਾਹੁੰਦਾ ਹਾਂ, ਫਿਰ ਡੰਡੀ, ਕਿ ਮੈਂ ਜੀ ਆਹ ਤਰੀਕ ਨੂੰ ਮਤਲਬ ਕੱਲ੍ਹ ਨੂੰ ਜਿੱਥੇ ਵੀ ਸਾਡੇ ਸਕੂਲ ਦੀ ਟੀਮ ਰੂਪਨਗਰ, ਜਿਵੇਂ ਤੁਸੀਂ ਦੱਸਿਆ ਵੀ ਉਹ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਾ ਰਹੀ ਹੈ, ਵੀ ਉਹ ਹਾਕੀ ਮੇਰੀ ਮਨਪਸੰਦ ਖੇਡ ਹੈ, ਮੈਂ ਉਹਨੂੰ ਕੱਲ੍ਹ ਨੂੰ ਆਹ ਮੈਚ ਨੂੰ ਦੇਖਣ ਜਾਣਾ ਚਾਹੁੰਦਾ ਅਤੇ ਮੈਂ ਇਸ ਸੰਬੰਧੀ ਆਪ ਜੀ ਤੋਂ ਆਗਿਆ ਚਾਹੁੰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰੋਗੇ। ਜਿਹੜਾ ਬੇਟਾ ਇਹ ਸ਼ਬਦ ਆ ਨਾ, ਨਿਰਾਸ਼ ਨਹੀਂ ਕਰੋਗੇ, ਇੱਥੇ ਕਲੀਅਰ ਹੋ ਜਾਂਦਾ ਕਿ ਤੁਸੀਂ ਇਹ ਆਸ ਕਰਦੇ ਹੋ ਕਿ ਤੁਸੀਂ ਮੈਨੂੰ ਪਰਮਿਸ਼ਨ ਦੇ ਦਿਓਗੇ। ਇਹ ਵੀ ਲਿਖ ਸਕਦੇ ਹੋ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਕੱਲ੍ਹ ਮੈਚ ਵੇਖਣ ਦੀ ਆਗਿਆ ਜ਼ਰੂਰ ਦਿਓਗੇ। ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ। ਵੀ ਜੇ ਤੁਸੀਂ ਮੈਨੂੰ ਆਗਿਆ ਦੇ ਦਿੰਦੇ ਹੋ ਤਾਂ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। ਫਿਰ ਉਹੀ ਗੱਲ ਬੇਟਾ ਲਾਸਟ ਦੇ ਵਿੱਚ ਤੁਹਾਡਾ ਜਿਹੜਾ ਅੰਤਿਮ ਪੈਰਾ ਹੁੰਦਾ, ਆਪ ਜੀ ਦਾ ਆਗਿਆਕਾਰੀ ਗੁਰਤੇਜ ਸਿੰਘ, ਰੋਲ ਨੰਬਰ 15, ਜਮਾਤ 8ਵੀਂ। ਇਹ ਸਾਰਾ ਕੁਝ ਬੇਟਾ ਇਸ ਪਾਸੇ ਨਹੀਂ ਲਿਖਣਾ, ਬਿਲਕੁਲ ਲੈਫਟ ਸਾਈਡ 'ਤੇ ਜਿੱਥੋਂ ਐਪਲੀਕੇਸ਼ਨ ਸ਼ੁਰੂ ਕਰੀ ਸੀ, ਜਿੱਥੇ ਕਾਪੀ ਦੀਆਂ 2 ਲਾਈਨਾਂ ਨੀਚੇ ਨੂੰ ਆ ਰਹੀਆਂ ਨੇ ਜੋੜ ਕੇ ਰੈੱਡ ਰੰਗ ਦੀਆਂ, ਉੱਥੇ ਬੇਟਾ ਤੁਸੀਂ ਇਹ ਸਾਰਾ ਐਡਰੈਸ ਲਿਖ ਦੇਣਾ ਹੈ। ਅਤੇ ਮਿਤੀ ਜਿਸ ਦਿਨ ਤੁਸੀਂ ਚਿੱਠੀ ਲਿਖ ਰਹੇ ਹੋ ਉਸ ਦਿਨ ਦੇ ਨਾਲ ਸੰਬੰਧਿਤ ਤੁਸੀਂ ਮਿਤੀ ਵੀ ਪਾਉਣੀ ਹੈ। ਸੋ ਅੱਗੇ ਬੇਟਾ ਜਿਵੇਂ ਇਹ ਸਕੂਲ ਮੁਖੀ ਤੋਂ ਤੁਸੀਂ ਆਗਿਆ ਲੈ ਲਈ, ਪਹਿਲਾਂ ਉੱਪਰ ਅਸੀਂ ਦੇਖਿਆ ਨੇ ਕਿ ਐਪਲੀਕੇਸ਼ਨਾਂ ਦੇ ਵਿੱਚ ਤੁਸੀਂ ਬੇਨਤੀ ਕਰ ਰਹੇ ਹੋ, ਇੱਥੇ ਤੁਸੀਂ ਆਗਿਆ ਲੈ ਰਹੇ ਹੋ। ਸੋ ਹੁਣ ਇੱਕ ਇਹਨਾਂ ਚਿੱਠੀ ਪੱਤਰਾਂ ਦੇ ਵਿੱਚ ਅਗਲੀ ਕੈਟਾਗਰੀ ਹੈ ਕਿਸੇ ਦੀ ਸ਼ਿਕਾਇਤ ਲਾਉਣਾ। ਹੁਣ ਮੰਨ ਲਓ ਬੇਟਾ ਇਮੈਜਨ ਕਰੋ ਕਿ ਤੁਹਾਡੇ ਮੁਹੱਲੇ ਦੇ ਵਿੱਚ ਇੱਕ ਡਾਕੀਆ ਹੈ, ਪੋਸਟ ਮਾਸਟਰ ਨੂੰ ਤੁਸੀਂ ਉਹਨਾਂ ਦੀ ਸ਼ਿਕਾਇਤ ਕਰਨੀ ਆ। ਹੁਣ ਬੇਟਾ ਜਿਹੜਾ ਡਾਕੀਆ ਉਹ ਦੇਖੋ 3 ਵੱਡੀਆਂ ਗਲਤੀਆਂ ਕਰਦਾ। ਇਹ ਪਹਿਲਾਂ ਅਸੀਂ ਆਪਣੇ ਜ਼ਿਹਨ ਦੇ ਵਿੱਚ ਗੱਲ ਬਿਠਾਉਣੀ ਹੈ ਕਿ ਅਸੀਂ ਸ਼ਿਕਾਇਤ ਕਿਸ ਤਰ੍ਹਾਂ ਦੀ ਕਰਾਂਗੇ। ਸ਼ਿਕਾਇਤ ਵੀ ਸਹੀ ਹੋਣੀ ਚਾਹੀਦੀ ਹੈ ਬੇਟਾ। ਪਹਿਲੀ ਗੱਲ ਕਿ ਉਹ ਚਿੱਠੀਆਂ
ਸਹੀ ਸਰਨਾਮੇ ਤੇ ਨਹੀਂ ਲੈ ਕੇ ਜਾਂਦਾ। ਸਹੀ ਸਰਨਾਮਾ ਹੁੰਦਾ ਬੇਟਾ ਚਿੱਠੀ ਦੇ ਲਿਖਿਆ ਹੋਇਆ ਐਡਰੈਸ। ਜਿਵੇਂ ਪਿੰਡ ਦੇ ਵਿੱਚ ਇੱਕ ਮਲਕੀਤ ਸਿੰਘ ਦੇ ਦੋ ਵਿਅਕਤੀ ਨੇ, ਉਹਨੇ ਬਿਨਾਂ ਕੁਛ ਆਇਡੈਂਟੀ ਕੀਤੇ ਸੌਨ ਆਫ ਕੌਣ ਆ ਦੂਏ ਮਲਕੀਤ ਦੇ ਘਰੇ ਫੜਾਇਆ ਚਿੱਠੀ। ਹੁਣ ਜਿਹੜੇ ਮਲਕੀਤ ਸਿੰਘ ਦੇ ਘਰੇ ਚਿੱਠੀ ਦੇ ਕੇ ਗਏ ਨੇ ਉਹਨਾਂ ਦਾ ਉਸ ਚਿੱਠੀ ਨਾਲ ਕੋਈ ਸੰਬੰਧ ਨਹੀਂ ਸੀ, ਉਸ ਚਿੱਠੀ ਦੀ ਉਹਨਾਂ ਨੂੰ ਕੋਈ ਉਡੀਕ ਨਹੀਂ ਸੀ। ਜਿਹੜੇ ਮਲਕੀਤ ਸਿੰਘ ਦੇ ਘਰੇ ਅਸਲ 'ਚ ਚਿੱਠੀ ਜਾਣੀ ਸੀ, ਉਹਨਾਂ ਦਾ ਕਿਤੇ ਇੰਟਰਵਿਊ ਸੀ। ਮੰਨ ਲਓ ਉਹਨਾਂ ਦਾ ਇੰਟਰਵਿਊ 5 ਤਰੀਕ ਨੂੰ ਆ, ਉਹ 5 ਤਰੀਕ ਨੂੰ ਇੱਕ ਦਿਨ 2 ਦਿਨ ਪਹਿਲਾਂ ਚਿੱਠੀ ਆ ਗਈ, ਉਹ ਕਿਸੇ ਗਲਤ ਮਲਕੀਤ ਸਿੰਘ ਦੇ ਘਰੇ ਦੇ ਆਏ ਅਤੇ ਜਦੋਂ ਉਹਨੇ ਦੇਖਿਆ ਵੀ ਇਹ ਚਿੱਠੀ ਆਪਣੀ ਤਾਂ ਹੈ ਨਹੀਂ, ਤਾਂ ਭਾਈ ਉਹ ਫਲਾਣੇ ਮਲਕੀਤ ਸਿੰਘ ਦੀ ਆ। ਅਤੇ ਉਹ ਜਿਨ੍ਹਾਂ ਦੇ ਮਲਕੀਤ ਸਿੰਘ ਦੇ ਘਰੇ ਚਿੱਠੀ ਆਈ ਸੀ, ਉਹਨੇ ਐਡਰੈਸ ਪੜ੍ਹ ਕੇ ਉਹਨਾਂ ਨੂੰ ਫੜਾਇਆ, ਲੈ ਭਾਈ ਤੇਰੀ ਚਿੱਠੀ ਆਈ ਆ, ਇਹ ਡਾਕੀਆ ਗਲਤ ਫੜਾ ਗਿਆ ਸਾਡੇ ਘਰੇ, ਮਲਕੀਤ ਸਿੰਘ ਤੁਹਾਡੇ ਫੜਾਉਣੀ ਸੀ ਸਾਡੇ ਫੜਾ ਗਿਆ। ਹੁਣ ਤੁਸੀਂ ਚਿੱਠੀ ਖੋਲ੍ਹ ਰਹੇ ਹੋ 8 ਤਰੀਕ ਨੂੰ, ਉਹ 'ਚ ਦੇਖਿਆ ਵੀ ਇਹ ਤਾਂ ਮੇਰੀ ਇੰਟਰਵਿਊ ਸੀ 5 ਦੀ, ਤਾਂ ਗਲਤ ਹੋ ਗਿਆ ਕੰਮ। ਪਹਿਲੀ ਸ਼ਿਕਾਇਤ ਵੀ ਭਾਈ ਇਹ ਚਿੱਠੀਆਂ ਗਲਤ ਪਤੇ 'ਤੇ ਫੜਾ ਕੇ ਜਾਂਦਾ। ਅਗਲੀ ਹੈ ਬੇਟਾ ਵੀ ਗਲੀ ਦੇ ਵਿੱਚ ਬੱਚੇ ਖੇਡਦੇ ਨੇ, ਉਹ ਡਾਕੀ ਆਇਆ, ਉਹਨੇ ਕਿਹਾ ਵੀ ਉਰੇ ਆ ਵੀ ਸੋਨੂੰ, ਹਾਂਜੀ ਆ ਲੈ ਫੜ ਤੁਹਾਡੇ ਮਲਕੀਤ ਅੰਕਲ ਦੀ ਚਿੱਠੀ ਆ, ਉਹਨਾਂ ਨੂੰ ਫੜਾ ਦੇਈਂ। ਉਹ ਬੱਚੇ ਨੇ ਫੜੀ, ਉਹ ਖੇਡਦੇ ਸੀ ਵੀ ਚੱਲ ਕੋਈ ਨਹੀਂ ਫੜਾ ਦਾਂਗੇ। ਖੇਡਦੇ ਖੇਡਦੇ ਉਹਨਾਂ ਨੇ ਨਾਲ ਦੇ ਜਿਹੜੇ ਦੋਸਤ ਨੂੰ ਕਿਹਾ ਕਿਤੇ ਐਵੇਂ ਕੋਈ ਕਾਗਜ਼ ਜਾਂ ਫਾਲਤੂ ਨੇ ਅੱਧਾ ਪੇਜ ਪਾੜਿਆ, ਨਾਲੀ 'ਚ ਸਿੱਟਤਾ, ਅੱਧੀ ਚਿੱਠੀ ਉੱਥੇ ਹੀ ਪਈ ਆ। ਮੰਨ ਲਓ ਤੁਸੀਂ ਉੱਥੋਂ ਦੀ ਲੰਘ ਰਹੇ ਹੋ, ਤੁਸੀਂ ਦੇਖਿਆ ਯਾਰ ਚਿੱਠੀ ਆਉਣੀ ਸੀ ਮੁਹੱਲੇ 'ਚ, ਆਹ ਕਿਹਦੀ ਚਿੱਠੀ ਪਾੜੀ ਪਈ ਆ, ਦੇਖਿਆ ਐਡਰੈਸ ਤਾਂ ਮੇਰਾ, ਜਿਹਦੇ ਵਿੱਚ ਤੁਹਾਨੂੰ ਅੱਧੀ ਕੁ ਐਡਰੈਸ 'ਤੇ ਡੇਟ ਲਿਖੀ ਵੀ ਮਿਲੀ ਵੀ 5 ਤਰੀਕ ਨੂੰ ਤਾਂ ਮੈਨੂੰ ਚਿੱਠੀ ਆਉਣੀ ਸੀ ਇੰਟਰਵਿਊ ਵਾਲੀ, ਇਹ ਤਾਂ ਬੱਚਿਆਂ ਨੇ ਫਾੜਤੀ ਇੱਥੇ ਸਿੱਟ ਗਿਆ, ਇਹ ਤਾਂ ਡਾਕੀ ਦੀ ਗਲਤੀ ਹੈ, ਮੇਰੇ ਘਰੇ ਕਿਉਂ ਨਹੀਂ ਫੜਾ ਕੇ ਗਿਆ, ਕਿਸੇ ਬੱਚੇ ਨੂੰ ਕਿਉਂ ਫੜਾਈ, ਦੂਸਰੀ ਗਲਤੀ। ਤੀਸਰੀ ਬੇਟਾ ਵੀ ਮੰਨ ਲਓ ਵੀ ਉਹ ਤੁਹਾਡੇ ਘਰ ਦੇ ਬਾਹਰ ਲੈਟਰ ਬਾਕਸ ਲੱਗਿਆ ਹੋਇਆ, ਉਹਦੇ 'ਚ ਚਿੱਠੀ ਨਹੀਂ ਪਾ ਕੇ ਗਏ, ਐਵੇਂ ਤੁਹਾਡੇ ਕੰਧ ਟਪਾ ਕੇ ਅੰਦਰ ਸੁੱਟਤੀ ਅਤੇ ਉਹ ਪਾਣੀ ਵਾਲੀ ਥਾਂ 'ਤੇ ਡਿੱਗੀ, ਚਿੱਠੀ ਭਿੱਜ ਗਈ, ਫਿਰ ਤੁਹਾਡਾ ਨੁਕਸਾਨ ਹੋ ਗਿਆ। ਸੋ ਬੇਟਾ ਇਸ ਤਰ੍ਹਾਂ ਡਾਕੀ ਦੀਆਂ ਕਈ ਸਾਰੀਆਂ ਸ਼ਿਕਾਇਤਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਸ਼ਿਕਾਇਤ ਪੋਸਟ ਮਾਸਟਰ ਸਾਹਿਬ ਨੂੰ ਲਾਉਣੀ ਹੈ। ਹੁਣ ਬੇਟਾ ਜੇ ਅਸੀਂ ਗੱਲ ਕਰੀਏ ਵਿਭਾਗ ਦਾ ਮੁਖੀ, ਜਿਵੇਂ ਤੁਹਾਡਾ ਡਾਕਖਾਨਾ ਜਿਹੜਾ ਮੰਨ ਲਓ ਭਵਾਨੀਗੜ੍ਹ ਦਾ ਡਾਕਖਾਨਾ, ਉਹਨਾਂ ਦੇ ਮੁਖੀ ਕੌਣ ਹੋਣਗੇ? ਪੋਸਟ ਮਾਸਟਰ ਸਾਹਿਬ। ਜੇ ਮੰਨ ਲਓ ਅਸੀਂ ਸਕੂਲ ਦੇ ਵਿੱਚ ਕਿਸੇ ਅਧਿਆਪਕ ਦੀ ਕਿਸੇ ਬੱਚੇ ਦੀ ਸ਼ਿਕਾਇਤ ਦਰਜ ਕਰਾਉਣੀ ਆ, ਤਾਂ ਅਸੀਂ ਕਿਹਨਾਂ ਨੂੰ ਕਰਵਾਵਾਂਗੇ? ਪ੍ਰਿੰਸੀਪਲ ਸਾਹਿਬ ਨੂੰ। ਸੋ ਜਿਹੜਾ ਉਸ ਵਿਭਾਗ ਦਾ ਮੁਖੀ ਆ, ਜਿਹਦੇ ਅੰਡਰ ਅਧਿਆਪਕ ਅਤੇ ਬੱਚੇ ਪੜ੍ਹ ਰਹੇ ਨੇ ਜਾਂ ਅਧਿਆਪਕ ਪੜ੍ਹਾ ਰਹੇ ਨੇ, ਅਸੀਂ ਉਹ ਇਸ ਵਿਦਿਆਰਥੀਆਂ ਦੀ ਜਾਂ ਅਧਿਆਪਕਾਂ ਦੀ ਕੋਈ ਵੀ ਸ਼ਿਕਾਇਤ ਆ ਉਹ ਪ੍ਰਿੰਸੀਪਲ ਸਾਹਿਬ ਨੂੰ ਲਗਾਵਾਂਗੇ। ਸੋ ਬੇਟਾ ਇਸੇ ਤਰ੍ਹਾਂ ਤੁਹਾਨੂੰ ਆਉਂਦਾ ਹੋਊਗਾ ਕਿ ਪੋਸਟ ਮਾਸਟਰ ਇਹ ਕੀ ਹੁੰਦਾ? ਪੋਸਟ ਮਾਸਟਰ ਬੇਟਾ ਉਹ ਪੋਸਟ ਜਿਹੜਾ ਆਫਿਸ ਹੁੰਦਾ ਉਹਦੇ ਪ੍ਰਬੰਧਕ ਨੂੰ, ਮੁਖੀ ਨੂੰ ਕਿਹਾ ਜਾਂਦਾ। ਹੁਣ ਅਸੀਂ ਡਾਕੀ ਦੀ ਸ਼ਿਕਾਇਤ ਕਿਵੇਂ ਕਰਨੀ ਹੈ, ਆਓ ਪੜ੍ਹਦੇ ਹਾਂ। ਇਹ ਹੈ ਸ਼ਿਕਾਇਤ ਪੱਤਰ। ਸੇਵਾ ਵਿਖੇ ਉਸੇ ਤਰ੍ਹਾਂ ਬੇਟਾ ਲੈਫਟ ਸਾਈਡ 'ਤੇ ਲਿਖਣਾ, ਇਹ ਜਿੱਥੇ ਉੱਪਰੋਂ ਇਹ 2 ਲਾਈਨਾਂ ਜੁੜਵੀਆਂ ਨੀਚੇ ਆ ਰਹੀਆਂ ਨੇ, ਨੀਚੇ ਤੁਸੀਂ ਚਿੱਠੀ ਕਿਹਨਾਂ ਨੂੰ ਲਿਖਣੀ ਆ, ਪੱਤਰ ਸ਼ਿਕਾਇਤ ਕਿਹਨਾਂ ਨੂੰ ਦਰਜ ਕਰਵਾਉਣੀ ਹੈ? ਪੋਸਟ ਮਾਸਟਰ ਸਾਹਿਬ, ਕੌਮਾ, ਅੱਗੇ ਹੈ ਜਰਨਲ ਪੋਸਟ ਆਫਿਸ। ਹੁਣ ਜੋ ਉਸ ਪੋਸਟ ਆਫਿਸ ਦਾ ਨਾਮ ਹੈ, ਕਚਹਿਰੀ ਰੋਡ, ਜਾਂ ਤੁਸੀਂ ਜਿਵੇਂ ਭਵਾਨੀਗੜ੍ਹ ਮੰਨ ਲਓ ਤੁਹਾਡਾ ਨੀਅਰ ਸਿਟੀ ਆ, ਵੀ ਉਹ ਡਾਕਖਾਨਾ ਕਿੱਥੇ ਹੈ, ਅਸੀਂ ਉੱਥੇ ਲਿਖ ਸਕਦੇ ਹਾਂ ਨੀਅਰ, ਜਿਵੇਂ ਕਿਸੇ ਨੇ ਚਿੱਠੀ ਭੇਜਣੀ ਐਡਰੈਸ ਉੱਥੇ ਜਾਊਗਾ, ਅਤੇ ਉੱਥੇ ਤੁਸੀਂ ਲਿਖ ਸਕਦੇ ਹੋ ਪੁਰਾਣੀ ਸਬਜ਼ੀ ਮੰਡੀ। ਕਿੱਥੋਂ ਦਾ ਤੁਹਾਡਾ ਇਹ ਸਿਟੀ ਆ? ਭਵਾਨੀਗੜ੍ਹ ਡੰਡੀ। ਸੋ ਬੇਟਾ ਕੌਮੇ ਹਰੇਕ ਥਾਵੇਂ ਲਾਉਣੇ ਨੇ ਜਿੱਥੇ ਠਹਿਰਾਅ ਦੀ ਲੋੜ ਹੈ। ਸੋ ਅਗਲੀ ਮੇਨ ਗੱਲ ਹੈ ਵਿਸ਼ਾ। ਹੁਣ ਪੋਸਟ ਮਾਸਟਰ ਸਾਹਿਬ ਕੋਲੇ ਐਪਲੀਕੇਸ਼ਨ ਜਾ ਰਹੀ ਆ, ਬਹੁਤ ਸਾਰੇ ਡਾਕੀਏ ਨੇ, ਬਹੁਤ ਸਾਰੇ ਹੋਰ ਕਰਮਚਾਰੀ ਉਹਨਾਂ ਦੇ ਅੰਡਰ ਕੰਮ ਕਰਦੇ ਨੇ। ਹੁਣ ਉਹ ਦੇਖਣਗੇ ਕਿ ਇਹ ਅਰਜ਼ੀ ਕਿਸ ਸੰਬੰਧ ਵਿੱਚ ਹੈ। ਹੁਣ ਇਸ ਕਰਕੇ ਬੇਟਾ ਉੱਪਰ ਵਿਸ਼ਾ ਲਿਖਣਾ ਅਤੀ ਜ਼ਰੂਰੀ ਹੈ। ਤੁਸੀਂ ਲਿਖੋਗੇ ਜਿਵੇਂ ਤੁਹਾਡਾ ਪਿੰਡ ਹੈ ਕਾਕੜਾ, ਕਾਕੜੇ ਦੇ ਡਾਕੀਏ ਦੀ ਸ਼ਿਕਾਇਤ ਸੰਬੰਧੀ। ਹੁਣ ਜਾਂ ਲਿਖ ਸਕਦੇ ਹੋ ਡਾਕੀਏ ਦੀ ਸ਼ਿਕਾਇਤ ਸੰਬੰਧੀ। ਜੇ ਤੁਸੀਂ ਪਿੰਡ ਦਾ ਮੈਂਸ਼ਨ ਕਰ ਦਿੰਦੇ ਹੋ ਤਾਂ ਉਹਨਾਂ ਨੂੰ ਇੰਨੇ ਡਾਕੀਆਂ ਦੇ ਵਿੱਚੋਂ ਆਇਡੈਂਟੀਟੀ ਕਰਨਾ ਬਿਲਕੁਲ ਈਜ਼ੀ ਹੋ ਜਾਊਗਾ ਵੀ ਕਾਕੜੇ ਦੇ ਜਿਹੜੇ ਡਾਕੀਏ ਆ ਉਹਦੀ ਸ਼ਿਕਾਇਤ ਹੈ, ਇਹ ਉਹਦੇ ਸੰਬੰਧੀ ਹੈ। ਸੋ ਅੱਗੇ ਫਿਰ ਤੁਸੀਂ ਲਿਖਣਾ ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੈਂ ਗੋਪਾਲ ਨਗਰ ਦੀ ਰਹਿਣ ਵਾਲੀ ਹਾਂ। ਹੁਣ ਜਿੱਥੇ ਤੁਸੀਂ ਜੇ ਸ਼ਹਿਰ ਦੇ ਵਿੱਚ ਰਹਿ ਰਹੇ ਹੋ ਤਾਂ ਨਗਰ ਲਿਖਦੇ ਹੋ, ਨਹੀਂ ਬੇਟਾ ਪਿੰਡ ਲਿਖ ਸਕਦੇ ਹਾਂ। ਸਾਡੇ ਇਲਾਕੇ ਦੇ ਡਾਕੀਏ ਦਾ ਨਾਮ ਹਰੀ ਰਾਮ ਹੈ। ਹੁਣ ਤੁਸੀਂ ਬੇਟਾ ਇਹ ਵੀ ਦੱਸਣਾ ਹੁੰਦਾ ਨਾ ਪੋਸਟ ਮਾਸਟਰ ਸਾਹਿਬ ਨੂੰ ਪਤਾ ਲੱਗੇ ਵੀ ਕਿੱਥੋਂ ਕਿਹੜੇ ਪਿੰਡ ਦੀ ਆ। ਹੁਣ ਤੁਸੀਂ ਮੈਂ ਕਾਕੜੇ ਦੀ ਰਹਿਣ ਵਾਲੀ ਹਾਂ, ਸਾਡੇ ਪਿੰਡ ਦੇ ਡਾਕੀਏ ਦਾ ਨਾਮ ਗੁਰਚਰਨ ਸਿੰਘ ਹੈ। ਮੰਨ ਲਓ ਇੱਥੇ ਲਿਖਿਆ ਹਰੀ ਰਾਮ ਹੈ, ਤੁਸੀਂ ਇੱਦਾਂ ਹੀ ਲਿਖ ਲੈਣਾ ਬੇਟਾ। ਜੇ ਇਸ ਦਾ ਉਤਾਰਾ ਕਰਨਾ ਤਾਂ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ, ਆਪਣੇ ਪਿੰਡ ਦਾ ਨਾਮ ਪਾ ਕੇ ਆਪਣੇ ਪਿੰਡ ਦੇ ਡਾਕੀਏ ਦਾ ਨਾਮ ਵੀ ਪਾ ਸਕਦੇ ਹੋ। ਮੈਂ ਆਪ ਜੀ ਦਾ ਧਿਆਨ ਹਰੀ ਰਾਮ ਡਾਕੀਏ ਦੇ ਲਾਪਰਵਾਹ
ਅਤੇ ਗੈਰ ਜ਼ਿੰਮੇਵਾਰਾਨਾ ਰਵੱਈਏ ਵੱਲ ਲਿਆਉਣਾ ਚਾਹੁੰਦੀ ਹਾਂ। ਹੁਣ ਕਹਿੰਦੀ ਵੀ ਮੈਂ ਜਿਹੜੀ ਡਾਕੀਏ ਦੀ ਸ਼ਿਕਾਇਤ ਲਾ ਰਹੀ ਹਾਂ, ਮੈਂ ਇੱਧਰ ਤੁਹਾਡਾ ਧਿਆਨ ਕਰਵਾਉਣਾ ਚਾਹੁੰਦੀ ਹਾਂ ਵੀ ਕੀ ਗਲਤੀਆਂ ਕਰਦਾ ਹੈ। ਇਹ ਆਦਮੀ ਆਪਣੀ ਡਿਊਟੀ ਠੀਕ ਤਰ੍ਹਾਂ ਨਹੀਂ ਨਿਭਾ ਰਿਹਾ। ਪਹਿਲੀ ਗੱਲ ਕਿ ਇਹ ਆਪਣੀ ਜਿਹੜੀ ਡਿਊਟੀ ਆ ਉਹ ਠੀਕ ਤਰ੍ਹਾਂ ਨਹੀਂ ਨਿਭਾ ਰਿਹਾ। ਉਹ ਅਕਸਰ ਚਿੱਠੀਆਂ 4-5 ਦਿਨ ਪਛੜ ਕੇ ਵੰਡਦਾ ਹੈ। ਹੁਣ ਜੋ ਵੀ ਉਹ ਚਿੱਠੀ ਪੱਤਰ ਹੁੰਦਾ, ਕਹਿੰਦੇ ਵੀ ਸਾਨੂੰ ਟਾਈਮ 'ਤੇ ਨਹੀਂ ਦੇ ਕੇ ਜਾਂਦਾ, ਲੇਟ ਹੀ ਦੇ ਕੇ ਜਾਂਦਾ ਹੈ। ਡਾਕ ਵੰਡਣ ਸਮੇਂ ਵੀ ਉਹ ਚਿੱਠੀਆਂ ਘਰਾਂ ਦੇ ਬਾਹਰ ਲੱਗੇ ਬਕਸਿਆਂ ਵਿੱਚ ਪਾਉਣ ਦੀ ਬਜਾਏ ਦਰਵਾਜ਼ੇ ਵਿੱਚ ਸੁੱਟ ਜਾਂਦਾ ਹੈ। ਅਗਲੀ ਗੱਲ ਵੀ ਇੱਕ ਤਾਂ ਡਾਕ ਟਾਈਮ ਸਿਰ ਨਹੀਂ ਵੰਡਦਾ, ਵੀ ਜੇਕਰ ਚਿੱਠੀਆਂ ਵੰਡਦੇ ਵੀ ਨੇ ਉਹ ਜਿਹੜੇ ਬਾਹਰ ਲੈਟਰ ਬਾਕਸ ਲੱਗੇ ਨੇ ਉਹਨਾਂ ਦੇ ਵਿੱਚ ਨਾ ਸੁੱਟ ਕੇ ਬਾਹਰ ਹੀ ਸੁੱਟ ਜਾਂਦੇ ਹਨ, ਦਰਵਾਜ਼ੇ ਵਿੱਚ ਸੁੱਟ ਜਾਂਦਾ ਹੈ। ਜਿਨ੍ਹਾਂ ਨੂੰ ਕਈ ਵਾਰ ਮੁਹੱਲੇ ਦੇ ਸ਼ਰਾਰਤੀ ਬੱਚੇ ਇੱਧਰ ਉੱਧਰ ਸੁੱਟ ਦਿੰਦੇ ਨੇ ਵੀ ਚਿੱਠੀ ਜੇ ਬਾਹਰ ਸੁੱਟ ਕੇ ਬੱਚਿਆਂ ਨੇ ਚੱਕੀ ਅੱਗੇ ਸੁੱਟਤੀ। ਕਈ ਵਾਰ ਉਹ ਚਿੱਠੀਆਂ ਠੀਕ ਸਰਨਾਮੇ ਵਾਲੇ ਦੇ ਘਰ ਨਹੀਂ ਪਹੁੰਚਾਉਂਦਾ, ਵੀ ਜਿਵੇਂ ਆਪਾਂ ਉੱਪਰ ਬੇਟਾ ਐਗਜ਼ਾਮਪਲ ਹੀ ਮਲਕੀਤ ਸਿੰਘ 2 ਨੇ, ਉਹ ਹੋਰੇ ਕਿਸੇ ਮਲਕੀਤ ਸਿੰਘ ਦੇ ਘਰੇ ਫੜਾ ਜਾਂਦਾ। ਜੇ ਕਹਿੰਦੇ ਫੜਾ ਕੇ ਵੀ ਜਾਂਦਾ ਹੈ, ਸਗੋਂ ਆਂਢ ਗੁਆਂਢ ਦੇ ਮਕਾਨਾਂ ਵਿੱਚ ਸੁੱਟ ਜਾਂਦਾ ਹੈ। ਚਿੱਠੀ ਆਂਢ ਗੁਆਂਢ ਦੇ ਮਕਾਨ 'ਚ ਹੀ ਸੁੱਟ ਕੇ ਚਲਾ ਜਾਂਦਾ। ਇਹ ਸਭ ਤੋਂ ਵੱਡੀ ਗਲਤੀ ਹੈ ਕਿ ਚਿੱਠੀ ਕਿਸੇ ਦੀ ਹੈ, ਸਿੱਟ ਕਿਸੇ ਦੇ ਘਰੇ ਗਿਆ, ਇਹ ਸਭ ਤੋਂ ਵੱਡੀ ਗਲਤੀ ਹੈ। ਇਸ ਨਾਲ ਕਈ ਚਿੱਠੀਆਂ ਨੂੰ ਜਾਂ ਇਸ ਨਾਲ ਕਈਆਂ ਨੂੰ ਚਿੱਠੀਆਂ ਸਮੇਂ ਸਿਰ ਨਹੀਂ ਪਹੁੰਚਦੀਆਂ ਅਤੇ ਉਹਨਾਂ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ। ਉੱਪਰ ਬੇਟਾ ਆਪਾਂ ਦੱਸਿਆ ਕਿ ਤੁਹਾਡੀ ਕਿਤੇ ਜੌਬ ਦੀ ਇੰਟਰਵਿਊ ਆ, ਤੁਹਾਨੂੰ ਕਿਸੇ ਨੇ ਅਤੀ ਵਿਆਹ ਦਾ ਸੱਦਾ ਭੇਜਿਆ, ਤੁਹਾਡੇ ਕਿਸੇ ਨੇ ਮਰਗਤ ਦਾ ਸੱਦਾ ਭੇਜਿਆ। ਮੰਨ ਲਓ ਕਿਸੇ ਨੇ ਮਰਗਤ ਦਾ ਸੱਦਾ ਭੇਜਿਆ ਕਿ ਇਸ ਤਰ੍ਹਾਂ ਵੀ ਮੇਰੇ ਦੋਸਤ ਨੂੰ ਉਹਨੇ ਇੱਕ ਚਿੱਠੀ ਭੇਜੀ, ਮੇਰੇ ਪਿਤਾ ਜੀ ਦੀ ਡੈਥ ਹੋ ਗਈ, ਉਹਨਾਂ ਦਾ ਭੋਗ 9 ਤਰੀਕ ਨੂੰ ਆ, ਉਹਨਾਂ ਨੇ ਪਹਿਲਾਂ ਹੀ ਭੇਜਤਾ ਹਫ਼ਤਾ ਸੱਦਾ, ਤੁਹਾਨੂੰ ਚਿੱਠੀ ਮਿਲ ਰਹੀ ਹੈ 11 ਤਰੀਕ ਨੂੰ, ਭੋਗ ਪੈ ਨੂੰ ਵੀ 2 ਦਿਨ ਹੋ ਗਏ, ਕਿੱਡਾ ਵੱਡਾ ਦੁੱਖ ਆ। ਕਿਸੇ ਦੋਸਤ ਮਿੱਤਰ ਨੇ ਤੁਹਾਨੂੰ ਵਿਆਹ ਦੀ ਚਿੱਠੀ ਭੇਜੀ, ਮੇਰਾ ਵਿਆਹ 22 ਤਰੀਕ ਨੂੰ ਆ ਅਤੇ ਚਿੱਠੀ ਤੁਹਾਨੂੰ 25 ਨੂੰ ਮਿਲ ਰਹੀ ਆ, ਵਿਆਹ ਵੀ ਲੰਘ ਗਿਆ। ਜੇ ਤੁਹਾਨੂੰ ਜੋਬ ਵਾਲਾ ਆਇਆ ਵੀ ਤੁਹਾਡੀ ਇੰਟਰਵਿਊ ਆਪਾਂ 13 ਤਰੀਕ ਨੂੰ ਜਾਂ 16 ਤਰੀਕ ਨੂੰ, ਤਾਂ ਤੁਹਾਨੂੰ ਚਿੱਠੀ ਮਿਲ ਰਹੀ ਹੈ 20 ਤਰੀਕ ਨੂੰ, ਤੁਹਾਡੀ ਇੰਟਰਵਿਊ ਵੀ ਲੰਘ ਗਈ। ਸੋ ਬੇਟਾ ਇਸ ਤਰ੍ਹਾਂ ਨੁਕਸਾਨ ਉਠਾਉਣਾ ਪੈ ਰਿਹਾ। ਮੁਹੱਲੇ ਦੇ ਲੋਕ ਕਈ ਵਾਰ ਉਸ ਨੂੰ ਪਿਆਰ ਨਾਲ ਸਮਝਾ ਚੁੱਕੇ ਹਨ, ਪਰ ਉਸ ਦੇ ਵਰਤਾਰੇ ਵਿੱਚ ਕੋਈ ਸੁਧਾਰ ਨਹੀਂ ਹੋਇਆ। ਉਹ ਕਹਿੰਦੇ ਸੁਧਰੇ ਹੀ ਨਹੀਂ। ਆਪ ਅੱਗੇ ਬੇਨਤੀ ਹੈ ਕਿ ਆਪ ਇਸ ਡਾਕੀਏ ਨੂੰ ਹਦਾਇਤ ਕਰੋ ਕਿ ਉਹ ਆਪਣਾ ਫਰਜ਼ ਪਛਾਣੇ ਅਤੇ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਾਲ ਨਿਭਾਏ। ਹਦਾਇਤ ਕਰੋ ਤੋਂ ਭਾਵ ਹੁੰਦਾ ਬੇਟਾ ਵੀ ਤੁਸੀਂ ਮੁਖੀ ਹੋ, ਤੁਸੀਂ ਉਹਨੂੰ ਬੁਲਾ ਕੇ ਤਾੜੋ, ਭਾਈ ਤੇਰੀਆਂ ਗਲਤੀਆਂ ਆ ਰਹੀਆਂ ਨੇ, ਸ਼ਿਕਾਇਤਾਂ ਆ ਰਹੀਆਂ ਨੇ, ਆਪਣੀ ਡਿਊਟੀ ਸਹੀ ਢੰਗ ਨਾਲ ਕਰ। ਕਹਿੰਦੇ ਹੋ ਸਕਦਾ ਵੀ ਉਸ ਬੰਦੇ ਦੇ ਉੱਪਰ ਬਰਡਨ ਜ਼ਿਆਦਾ ਹੋਵੇ, ਤੁਸੀਂ ਹਦਾਇਤ ਕਰੋ ਕਿ ਉਹ ਆਪਣਾ ਫਰਜ਼ ਪਛਾਣੇ ਅਤੇ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਾਲ ਨਿਭਾਏ। ਜੇ ਉਸ ਕੋਲ ਕੰਮ ਜ਼ਿਆਦਾ ਹੈ ਤਾਂ ਇੱਕ ਹੋਰ ਡਾਕੀਏ ਦੀ ਡਿਊਟੀ ਇਸ ਪਾਸੇ ਲਾ ਦਿੱਤੀ ਜਾਵੇ। ਕਹਿੰਦੇ ਜੇ ਉਹਦੇ ਕੋਲ ਕੰਮ ਜ਼ਿਆਦਾ ਹੈ ਜੀ, ਤੁਸੀਂ ਇੱਕ ਡਿਊਟੀ ਕਿਸੇ ਹੋਰ ਡਾਕੀਏ ਦੀ ਇਸ ਸਾਡੇ ਵਾਲੇ ਪਿੰਡ ਜਾਂ ਸਾਡੇ ਵਾਲੇ ਮੁਹੱਲੇ ਵੱਲ ਲਗਾ ਦਿੱਤੀ ਜਾਵੇ। ਧੰਨਵਾਦ ਸਹਿਤ। ਸੋ ਇੱਥੇ ਤੁਸੀਂ ਸਾਰੀ ਗੱਲਬਾਤ ਉਹਨਾਂ ਨੂੰ ਦੱਸ ਕੇ ਐਂਡ ਦੇ ਉੱਪਰ ਧੰਨਵਾਦ ਉਹਨਾਂ ਦਾ ਕਰ ਦਿੱਤਾ ਵੀ ਤੁਸੀਂ ਆਹ ਸ਼ਿਕਾਇਤ 'ਤੇ ਜ਼ਰੂਰ ਗੌਰ ਕਰਨਾ, ਮੈਂ ਆਪ ਜੀ ਦਾ ਮਤਲਬ ਬਹੁਤ ਧੰਨਵਾਦੀ ਹੋਵਾਂਗਾ। ਹੁਣ ਬੇਟਾ ਅੱਗੇ ਫੇਰ ਲਿਖਿਆ ਆਪ ਜੀ ਦਾ ਵਿਸ਼ਵਾਸ ਪਾਤਰ। ਹੁਣ ਬੇਟਾ ਜਿਹੜੀ ਇਹ ਐਪਲੀਕੇਸ਼ਨ ਆਪ ਜੀ ਦਾ ਵਿਸ਼ਵਾਸ ਪਾਤਰ ਸੁਰਜੀਤ ਸਿੰਘ 123 ਨਹਿਰੂ ਕਲੋਨੀ ਗੋਪਾਲ ਨਗਰ ਅੰਮ੍ਰਿਤਸਰ, ਇਹ ਸਾਰਾ ਕੁਝ ਅਸੀਂ ਲੈਫਟ ਸਾਈਡ ਇੱਥੇ ਲਿਖਾਂਗੇ ਅਤੇ ਅੰਤਮ ਦੇ ਵਿੱਚ ਅਸੀਂ ਲਿਖਾਂਗੇ ਡੇਟ। ਸੋ ਬੇਟਾ ਇਸੇ ਤਰ੍ਹਾਂ ਹੈ ਜਿਵੇਂ ਅਗਲੀ ਐਪਲੀਕੇਸ਼ਨ ਕਿ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੂੰ ਮੁਹੱਲੇ ਦੀ ਸਫਾਈ ਅਤੇ ਗੰਦੇ ਪਾਣੀ ਦੇ ਨਿਕਾਸ ਪ੍ਰਬੰਧ ਨੂੰ ਸੁਧਾਰਨ ਲਈ ਪੱਤਰ ਲਿਖਣਾ ਹੈ। ਸੋ ਬੇਟਾ ਇਸ ਨੂੰ ਜਿਵੇਂ ਤੁਸੀਂ ਆਪਣੇ ਮੁਹੱਲੇ ਦੇ ਵਿੱਚ ਕੋਈ ਵੱਡੇ ਲੈਵਲ 'ਤੇ ਕੋਈ ਸਮੱਸਿਆ ਆ ਰਹੀ ਆ, ਹੁਣ ਕਿਸੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੂੰ ਸੁਝਾਅ ਦੇਣਾ ਬੇਟਾ, ਇੱਥੇ ਸਮੱਸਿਆ ਵੀ ਦੱਸਣੀ ਆ ਅਤੇ ਸੁਝਾਅ ਦੀ ਆਸ ਵੀ ਕਰਨੀ ਹੈ। ਇਹ ਬੇਟਾ ਐਪਲੀਕੇਸ਼ਨ ਦਾ ਇੱਕ ਹੋਰ ਪੱਖ ਹੈ, ਇਹ ਐਪਲੀਕੇਸ਼ਨ ਦਾ ਇੱਕ ਹੋਰ ਸਟਾਈਲ ਹੈ ਜਿਹਦੇ ਵਿੱਚ ਤੁਸੀਂ ਉੱਪਰ ਸ਼ਿਕਾਇਤ ਕੀਤੀ ਹੈ, ਇੱਥੇ ਤੁਸੀਂ ਸ਼ਿਕਾਇਤ ਵੀ ਕਰ ਰਹੇ ਹੋ, ਰਿਪੋਰਟ ਵੀ ਕਰ ਰਹੇ ਹੋ ਅਤੇ ਉਹਦੇ ਵਿੱਚ ਸੁਧਾਰ ਦੀ ਮੰਗ ਵੀ ਕਰਦੇ ਹੋ। ਆਓ ਪੜ੍ਹਦੇ ਹਾਂ ਕਿ ਸੇਵਾ ਵਿਖੇ ਇਹ ਸਾਰਾ ਕੁਝ ਬੇਟਾ ਉਸੇ ਤਰ੍ਹਾਂ ਲਿਖਣਾ ਜਿਵੇਂ ਤੁਹਾਨੂੰ ਉੱਪਰ ਸਮਝਾਇਆ ਗਿਆ ਹੈ। ਸੇਵਾ ਵਿਖੇ ਪ੍ਰਧਾਨ, ਹੁਣ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੂੰ ਤੁਸੀਂ ਜਿਹੜੀ ਇਹ ਐਪਲੀਕੇਸ਼ਨ ਲਿਖ ਰਹੇ ਹੋ, ਪ੍ਰਧਾਨ ਕੌਮਾ ਮਿਊਨਿਸਪਲ ਕਮੇਟੀ ਕੌਮਾ ਕਿੱਥੋਂ ਦੀ ਕਮੇਟੀ ਹੈ, ਖਰੜ ਦੀ, ਜੇ ਤੁਹਾਡੇ ਨੀਅਰ ਸਿਟੀ ਹੈ ਭਵਾਨੀਗੜ੍ਹ, ਸੰਗਰੂਰ, ਐਨੀਥਿੰਗ ਕਿਤੇ ਵੀ। ਅੱਗੇ ਹੈ ਜ਼ਿਲ੍ਹਾ SAS ਨਗਰ, ਕੌਮਾ ਤੋਂ ਬਾਅਦ ਡੰਡੀ ਲਾ ਦੇਣੀ ਹੈ ਬੇਟਾ, ਇੱਥੇ ਕੌਮਾ ਨਹੀਂ, ਸਿੱਧਾ ਐਡਰੈਸ ਤੁਸੀਂ ਦੇ ਦਿੱਤਾ ਵੀ ਕਿੱਥੋਂ ਦੇ। ਸ਼੍ਰੀਮਾਨ ਜੀ
ਇੱਥੇ ਬੇਟਾ ਜਿਵੇਂ ਅਸੀਂ ਉੱਪਰ ਗੱਲ ਕੀਤੀ ਆ, ਲਿਖ ਸਕਦੇ ਹੋ ਵਿਸ਼ਾ, ਮੁਹੱਲੇ ਜਾਂ ਮੁਹੱਲੇ ਦਾ ਨਾਮ ਪਾ ਲਓ, ਗੋਪਾਲ ਨਗਰ ਮੁਹੱਲੇ ਦੀ ਸਫਾਈ ਅਤੇ ਗੰਦੇ ਪਾਣੀ ਦੇ ਨਿਕਾਸ ਸੰਬੰਧੀ। ਉਹਨਾਂ ਨੂੰ ਪਤਾ ਲੱਗ ਵੀ ਗੋਪਾਲ ਨਗਰ ਮੁਹੱਲੇ ਦੀ ਇਹ ਭਾਈ ਉੱਥੇ ਗੰਦਾ ਪਾਣੀ ਆ ਅਤੇ ਉੱਥੇ ਜਿਹੜੀ ਗੰਦਗੀ ਪਈ ਆ ਉਹਦੇ ਸੰਬੰਧ ਦੇ ਵਿੱਚ ਇਹ ਜਿਹੜੀ ਐਪਲੀਕੇਸ਼ਨ ਆਈ ਹੈ। ਸੋ ਅੱਗੇ ਬੇਟਾ ਵਿਸ਼ੇ ਤੋਂ ਬਾਅਦ ਲਿਖਾਂਗੇ ਸ੍ਰੀਮਾਨ ਜੀ ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦਾ ਧਿਆਨ ਖਰੜ ਤੋਂ ਲਾਂਡਰਾ ਜਾਣ ਵਾਲੀ ਸੜਕ ਵੱਲ ਦਿਵਾਉਣਾ ਚਾਹੁੰਦਾ ਹਾਂ। ਤੁਸੀਂ ਬੇਟਾ ਆਪਣੇ ਮੁਹੱਲੇ ਜਿੱਥੇ ਰਹਿੰਦੇ ਹੋ ਉੱਥੇ ਤੁਸੀਂ ਦੱਸ ਸਕਦੇ ਹੋ ਵੀ ਇਸ ਚੌਂਕ ਤੋਂ ਉਸ ਪਾਸੇ ਵਾਲੀ ਸੜਕ ਵੱਲ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦੇ ਹਾਂ। ਇਸ ਸੜਕ ਦੇ ਦੋਵੇਂ ਪਾਸੇ ਗੰਦਗੀ ਦੇ ਢੇਰ ਨਜ਼ਰ ਆਉਂਦੇ ਹਨ। ਹੁਣ ਤੁਸੀਂ ਦੱਸ ਸਕਦੇ ਹੋ ਕਿ ਜਿਹੜੀ ਸੜਕ ਹੈ ਜਿਹਦੇ ਵੱਲ ਤੁਸੀਂ ਬੇਟਾ ਉਹਨਾਂ ਦਾ ਮੁਖੀ ਦਾ ਧਿਆਨ ਦਿਵਾਉਣਾ ਚਾਹੁੰਦੇ ਹੋ ਕਿ ਇਹਦੇ ਸੱਜੇ ਅਤੇ ਖੱਬੇ ਪਾਸੇ ਰੂੜੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਤੋਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਕੁੱਤੇ, ਬਿੱਲੀਆਂ, ਸੂਰ ਅਤੇ ਅਵਾਰਾ ਗਊਆਂ ਆਦਿ ਇਹਨਾਂ ਗੰਦਗੀ ਦੇ ਢੇਰਾਂ ਨੂੰ ਫਰੋਲਦੇ ਰਹਿੰਦੇ ਹਨ। ਸੋ ਇਹ ਜਿਹੜੇ ਢੇਰ ਨੇ ਇਹਨਾਂ ਨੂੰ ਫਰੋਲਾ ਫਰਾਲੀ ਹੁੰਦੀ ਆ ਅਵਾਰਾ ਪਸ਼ੂਆਂ ਵੱਲੋਂ, ਜਾਨਵਰਾਂ ਵੱਲੋਂ, ਜਿਸ ਨਾਲ ਸੜਕ 'ਤੇ ਵੀ ਕੂੜਾ ਕਰਕਟ ਖਿੱਲਰ ਜਾਂਦਾ ਹੈ। ਸੋ ਜਿਹੜੇ ਪਸ਼ੂ ਨੇ ਇਹ ਰੂੜੀਆਂ ਨੂੰ, ਇਹਨਾਂ ਢੇਰਾਂ ਨੂੰ ਫਰੋਲਦੇ ਨੇ ਅਤੇ ਸੜਕ 'ਤੇ ਵੀ ਬਹੁਤ ਸਾਰੀ ਜਿਹੜੀ ਗੰਦਗੀ ਉਹ ਫੈਲ ਜਾਂਦੀ ਹੈ। ਗੰਦੇ ਪਾਣੀ ਦੇ ਨਿਕਾਸ ਲਈ ਵੀ ਉਚਿਤ ਪ੍ਰਬੰਧ ਨਹੀਂ। ਹੁਣ ਦੋਵੇਂ ਪਾਸੇ ਸੜਕ ਦੇ ਰੂੜੀਆਂ ਨੇ ਬੇਟਾ, ਵਿਚਕਾਰ ਮੀਂਹ ਦਾ ਪਾਣੀ ਆ ਗਿਆ ਜਾਂ ਸੀਵਰੇਜ ਦਾ ਪਾਣੀ ਆ ਗਿਆ ਤਾਂ ਮੰਨ ਲਓ ਇੱਕ ਨਦੀ ਦਾ ਰੂਪ ਧਾਰਨ ਕਰ ਲੈਂਦਾ। ਉਹ ਇਸ ਤਰ੍ਹਾਂ ਤੁਸੀਂ ਸਿਚੁਏਸ਼ਨ ਦਿਖਾਉਣੀ ਹੈ ਕਿ ਇਸ ਤਰ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਜੀ ਇਹ ਇਲਾਕਾ ਜਿਹਦੀ ਅਸੀਂ ਤੁਹਾਨੂੰ ਇੰਟਰੋਡਕਸ਼ਨ ਦੇ ਰਹੇ ਹਾਂ। ਗੰਦੇ ਪਾਣੀ ਦੇ ਨਿਕਾਸ ਲਈ ਵੀ ਉਚਿਤ ਪ੍ਰਬੰਧ ਨਹੀਂ ਹੈ, ਜਿਸ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਗੰਦਾ ਪਾਣੀ ਗਲੀਆਂ ਅਤੇ ਸੜਕਾਂ ਵਿੱਚ ਭਰ ਜਾਂਦਾ ਹੈ। ਸ੍ਰੀਮਾਨ ਜੀ ਮੈਂ ਇਲਾਕਾ ਨਿਵਾਸੀਆਂ ਵੱਲੋਂ ਵੀ ਸਾਰੇ ਉਸ ਇਲਾਕੇ ਨਿਵਾਸੀ ਜਿਹੜੇ ਉਸ ਇਲਾਕੇ ਦੇ ਵਿੱਚ ਰਹਿੰਦੇ ਨੇ, ਨਿਵਾਸੀਆਂ ਦਾ ਭਾਵ ਦਾ ਨਿਵਾਸ ਕਰਨ ਵਾਲੇ, ਉੱਥੇ ਰਹਿਣ ਵਾਲੇ ਵੱਲੋਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਛੇਤੀ ਤੋਂ ਛੇਤੀ ਕੂੜਾ ਚੁਕਾਉਣ ਦਾ ਉਪਰਾਲਾ ਕੀਤਾ ਜਾਵੇ। ਪਹਿਲੀ ਵੀ ਰੂੜੀਆਂ ਚੁਕਾ ਦਿਓ ਅਤੇ ਕੂੜਾ ਸੁੱਟਣ ਲਈ ਵੱਡੇ ਢੱਕਣਦਾਰ ਜਿਹੜੇ ਉੱਥੇ ਤੁਸੀਂ ਉਹਨਾਂ ਨੂੰ ਬੇਨਤੀ ਕਰਨੀ, ਜਿਹੜੇ ਵੱਡੇ ਢੱਕਣ ਵਾਲੇ ਬੇਟਾ ਜਿਵੇਂ ਮਿਊਨਿਸਪਲ ਕਮੇਟੀ ਨੇ ਲਾਏ ਹੁੰਦੇ ਨਾ ਟਰਾਲੀਆਂ, ਵੀ ਉਹਨਾਂ ਦਾ ਤੁਸੀਂ ਜਿਹੜਾ ਉੱਥੇ ਸਾਨੂੰ ਪ੍ਰਬੰਧ ਕਰਕੇ ਦਿਓ। ਸੋ ਬੇਟਾ ਜਦੋਂ ਉੱਥੇ ਇਸ ਤਰ੍ਹਾਂ ਦਾ ਪ੍ਰਬੰਧ ਹੋਊਗਾ ਤਾਂ ਫਿਰ ਇਹਦੇ ਨਾਲ ਕੀ ਹੋਊਗਾ ਵੀ ਜਿਹੜਾ ਉੱਥੇ ਦਾ ਬੇਟਾ ਕੂੜਾ ਕਰਕਟ ਆ ਉਹਨੂੰ ਵੀ ਸੰਭਾਲਿਆ ਜਾਊ। ਸੋ ਬੇਟਾ ਇਸ ਤਰ੍ਹਾਂ ਵੀ ਸਾਨੂੰ ਉਹਦਾ ਪ੍ਰਬੰਧ ਕਰਕੇ ਦਿਓ ਅਤੇ ਜਲਦੀ ਤੋਂ ਜਲਦੀ ਇਹ ਰਸਤੇ ਨੂੰ ਸਾਫ਼ ਕਰਵਾ ਕੇ ਦਿਓ ਤਾਂ ਅਸੀਂ ਸਾਰੇ ਨਗਰ ਨਿਵਾਸੀ ਜਾਂ ਜਿਹੜੇ ਅਸੀਂ ਮੁਹੱਲੇ ਵਾਲੇ ਹਾਂ ਅਸੀਂ ਆਪ ਜੀ ਦੇ ਅਤਿਅੰਤ ਧੰਨਵਾਦੀ ਹੋਵਾਂਗੇ। ਇੱਥੇ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ। ਸੋ ਬੇਟਾ ਇੱਥੋਂ ਤੁਸੀਂ ਇਹ ਜਿਹੜੇ ਕਮੇਟੀ ਦੇ ਪ੍ਰਧਾਨ ਨੂੰ ਬੇਟਾ ਐਪਲੀਕੇਸ਼ਨ ਲਿਖਣੀ ਆ, ਇਸ ਤਰ੍ਹਾਂ ਲਿਖ ਕੇ ਤੁਸੀਂ ਆਪਣੇ ਮੁਹੱਲੇ ਦੀ ਜਿਹੜੀ ਸਾਫ਼ ਸਫਾਈ ਆ ਉਹ ਕਰਵਾ ਸਕਦੇ ਹੋ। ਕਿ ਐਂਡ ਦੇ ਵਿੱਚ ਤੁਸੀਂ ਉਹੀ ਲਿਖਣਾ ਕਿ ਸਮੂਹ ਨਗਰ ਨਿਵਾਸੀ, ਮੁਹੱਲਾ ਨਿਵਾਸੀ ਆਪ ਜੀ ਦੇ ਧੰਨਵਾਦੀ ਹੋਵਾਂਗੇ। ਸੋ ਬੇਟਾ ਇਸ ਤਰ੍ਹਾਂ ਜਿਹੜਾ ਇਹ ਤੁਹਾਡਾ ਐਪਲੀਕੇਸ਼ਨਾਂ ਦੇ ਵੱਖ-ਵੱਖ ਰੂਪ ਤੁਹਾਡੇ ਨਾਲ ਸਾਂਝੇ ਕੀਤੇ ਗਏ ਨੇ, ਲਿਖ ਸਕਦੇ ਹੋ। ਸੋ ਇਹ ਸਨ ਤੁਹਾਡੀਆਂ ਕੁਝ ਉਦਾਹਰਨ ਦੇ ਤੌਰ 'ਤੇ ਲਈਆਂ ਹੋਈਆਂ ਐਪਲੀਕੇਸ਼ਨਾਂ। ਸੋ ਉਮੀਦ ਕਰਦੇ ਹਾਂ ਸਾਰੇ ਵਿਦਿਆਰਥੀ ਇਸ ਐਪਲੀਕੇਸ਼ਨ ਨੂੰ ਲਿਖਣ ਦੇ ਢੰਗ ਨੂੰ, ਜੋ ਹੁਣ ਅਸੀਂ ਆਧੁਨਿਕ ਢੰਗ ਦੇ ਨਾਲ ਕਿਵੇਂ ਪੜ੍ਹਨਾ ਹੈ, ਲਿਖਣਾ ਹੈ, ਤੁਹਾਡੇ ਨਾਲ ਇਸ ਚੀਜ਼ ਨੂੰ ਸਮਝਾਇਆ, ਜ਼ਰੂਰ ਸਮਝਿਆ ਹੋਵੇਗਾ। ਅਤੇ ਉੱਪਰ ਅਸੀਂ ਐਪਲੀਕੇਸ਼ਨ, ਅਰਜ਼ੀਆਂ, ਪੱਤਰ, ਮੰਗ ਪੱਤਰ ਕਿਸ ਤਰ੍ਹਾਂ ਲਿਖਣੇ ਹਨ, ਉਹਨਾਂ ਦਾ ਸਟਰਕਚਰ ਕਿਸ ਤਰ੍ਹਾਂ ਦਾ ਹੈ, ਉਹਨਾਂ ਦੀਆਂ ਟਾਈਪਸ ਕਿਸ ਤਰ੍ਹਾਂ ਦੀਆਂ ਹਨ ਬਾਰੇ ਜਾਣਕਾਰੀ ਦਿੱਤੀ ਹੈ। ਸੋ ਉਮੀਦ ਕਰਦੇ ਹਾਂ ਇਹ ਜਾਣਕਾਰੀ ਭਵਿੱਖ ਵਿੱਚ ਆਪਦੇ ਲਈ ਕਾਰਗਰ ਸਿੱਧ ਹੋਵੇਗੀ। ਸੋ ਇਸ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਹੋਰ ਵਧੇਰੇ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਐਜੂਕੇਸ਼ਨ ਚੈਨਲ ਦੇ ਨਾਲ। ਥੈਂਕ ਯੂ ਜੀ।